ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਸਕਦੇ। ਸਾਰਿਆਂ ਦੇ ਵਿੱਚ ਜਦੋਂ ਰੱਬ ਦਿਖਣ ਲੱਗ ਜਾਂਦਾ ਹੈ ਤਾਂ ਆਟੋਮੈਟਿਕਲੀ ਅਵਸਥਾ ਸਹਿਜ ਹੋ ਜਾਂਦੀ। ਵਾਹਿਗੁਰੂ ਜੀ ਕਿ ਨਾ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਆਪਾਂ ਕਰਨਾ ਕੀ ਹੈ। ਅੱਜ ਕੁਝ ਤੇ ਕੱਲ ਕੁਝ ਦਿਮਾਗ ਦੇ ਵਿੱਚ ਖਿਆਲ ਆਇਆ, ਫਿਰ ਬਦਲ ਗਏ, ਫਿਰ ਬਦਲ ਗਏ। ਹੁਣ ਆਪਾਂ ਪੂਰੇ ਅਪਡੇਟ ਹੀ ਆ, ਕਿਉਂਕਿ ਮਹਾਰਾਜ ਨੇ ਜੋ ਸਾਨੂੰ ਆਪਣੇ ਹੁਕਮ ਰਾਹੀਂ ਜਿੱਦਾਂ ਸਾਨੂੰ ਚਲਾਇਆ, ਇਸ ਤੋਂ ਵੱਧ ਕੇ ਕੁਝ ਨਹੀਂ ਹੋ ਸਕਦਾ ਸਾਡੇ ਲਈ। ਕਿਉਂਕਿ ਜਿਹਦੀ ਜੇਬ 'ਚ ਪੈਸੇ ਹੈ ਉਹ ਕਹਿ ਲਓ ਵੀ ਉਹਦੀ ਹੀ ਦੋਸਤੀ ਰਹਿ ਗਈ ਅੱਜ ਦੇ ਸਮੇਂ 'ਚ। ਕਿ ਉਹਨਾਂ ਨੂੰ ਲੱਗਦਾ ਸੀ ਇਹ ਹਿੰਦੂ ਪਰਿਵਾਰ ਤੋਂ ਆਏ ਨੇ, ਇਹ ਸਿੱਖ ਪਰਿਵਾਰ ਤੋਂ ਸੀਗਾ, ਤਾਂ ਇਹਨੇ ਇਹਨੂੰ ਸਮਝਾਇਆ ਹੋਏਗਾ ਵੀ ਆਪਾਂ ਇਹ ਰਾਹ ਤੇ ਕਿਵੇਂ ਚੱਲਣਾ, ਪਰ ਇਦਾਂ ਨਹੀਂ ਹੋਇਆ। ਵਾਹਿਗੁਰੂ ਜੀ ਤੇ ਇਹਨਾਂ ਨੇ ਇੱਕ ਦਿਨ ਕਹਿਤਾ ਕਿ ਤੁਸੀਂ ਕਹਿੰਦੇ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਕਿ ਆਪਾਂ ਇਹ ਕਹਾਣ ਦੇ ਸੱਚੀ ਲਾਇਕ ਹਾਂ। ਜੋ ਮੈਨੂੰ ਲੱਗ ਰਿਹਾ ਸੀ ਨਾ ਇੱਧਰੋਂ ਉੱਧਰ ਪਹੁੰਚ ਕੇ ਮੈਨੂੰ ਬੜੀ ਖੁਸ਼ੀ ਹੋਏਗੀ, ਉੱਥੇ ਪਹੁੰਚ ਕੇ ਮੈਨੂੰ ਖੁਸ਼ੀ ਨਹੀਂ ਹੋਈ। ਫਿਰ ਮੈਂ ਉਸ ਤੋਂ ਅੱਗੇ ਦੇਖਣ ਲੱਗ ਗਿਆ ਵੀ ਨਹੀਂ ਇੱਥੋਂ ਨਹੀਂ ਉੱਧਰ ਜਾਊਂਗਾ ਬੜੀ ਖੁਸ਼ੀ ਹੋਏਗੀ। ਫਿਰ ਮੈਂ ਉੱਥੇ ਵੀ ਮਹਾਰਾਜ ਨੇ ਮੈਨੂੰ ਚੱਕ ਕੇ ਬਿਠਾਤਾ। ਇਹ ਤਾਂ ਆਏ ਹਰਿਆਣੇ ਤੋਂ ਨੇ, ਇਹਨਾਂ ਨੂੰ ਤਾਂ ਇਸ ਚੀਜ਼ ਦੀ ਕਹਿ ਲਓ ਵੀ ਬਿਲਕੁਲ ਨੌਲੇਜ ਨਹੀਂ ਸੀ, ਪਰ ਅੱਜ ਮੈਂ ਇਹਨਾਂ ਨੂੰ ਦੇਖ ਕੇ ਇੰਨਾ ਖੁਸ਼ ਹੁੰਦਾ ਕਿ ਇਹਨਾਂ ਦਾ ਜਿਹੜਾ ਮਹਾਰਾਜ ਨਾਲ ਪਿਆਰ ਹੈ, ਜਿਹੜਾ ਗੁਰੂ ਸਾਹਿਬ ਲਈ ਅਟੁੱਟ ਪਿਆਰ ਹੈ, ਵਿਸ਼ਵਾਸ ਹੈ, ਸਭ ਤੋਂ ਵੱਡੀ ਗੱਲ, ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਕਈਆਂ ਦੇ ਵਿੱਚ ਰੂਮਰ ਹੁੰਦਾ ਨਿਹੰਗ ਸਿੰਘ ਬੜੇ ਅੜਬ ਹੁੰਦੇ ਨੇ ਜੀ, ਉਹ ਤਾਂ ਜੀ ਗਾਟਾ ਲਾਉਂਦੇ ਨੇ, ਸਿਰ ਫਿਰੇ ਹੁੰਦੇ ਨੇ, ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਵਾਹਿਗੁਰੂ ਜੀ, ਇੱਕ ਗੱਲ ਸਹੀ ਹੈ, ਅੜਬ ਹੁੰਦੇ ਨੇ, ਹਾਂਜੀ ਗਾਟਾ ਵੀ ਲਾਉਂਦੇ ਨੇ। ਜਿਹੜੇ ਇਹ ਕਹਿੰਦੇ ਕਿ ਅਗਰ ਉਹ ਕੁਝ ਗਲਤ ਨੇ ਜਾਂ ਉਹਨਾਂ 'ਚ ਉਹਨਾਂ ਨੂੰ ਕੁਝ ਗਲਤ ਨਜ਼ਰ ਆਉਂਦਾ, ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵਾਹਿਗੁਰੂ ਜੀ, ਤੁਸੀਂ ਉਹਨਾਂ 'ਚ ਜਾ ਕੇ ਵਿਚਰੋ, 2 ਦਿਨ 'ਚ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਨਿਹੰਗ ਸਿੰਘ ਕੌਣ ਹੁੰਦੇ। ਜਦੋਂ ਆਪਾਂ ਬਾਣੇ 'ਚ ਹੁੰਦੇ ਹਾਂ ਸਾਨੂੰ ਆਪ ਫੀਲ ਹੁੰਦਾ ਹੈ ਕਿ ਮਹਾਰਾਜ ਦਾ ਬਾਣਾ ਨਾ ਸਾਹਮਣੇ ਜੇ ਕੋਈ ਪਾਪ ਕਰਨ ਲਈ ਵੀ ਆ ਰਿਹਾ ਨਾ, ਉਹਦੀ ਵੀ ਇੱਕ ਵਾਰੀ ਸੋਚ ਬਦਲ ਜਾਂਦੀ। ਵਾਹਿਗੁਰੂ ਜੀ ਮੂਸੇਵਾਲਾ ਜਿਹੜੇ ਵੀ ਉਹਨਾਂ ਨੇ ਗਾਣੇ ਕੱਢੇ, ਉਹਨਾਂ ਨੇ ਤਕਰੀਬਨ ਸਿੱਖ ਇਤਿਹਾਸ ਨੂੰ ਲੈ ਕੇ ਜੁੜਦੇ ਹੋਏ ਗਾਣੇ ਕੱਢੇ, ਉਹ ਪ੍ਰਭਾਵ ਬੜਾ ਪਿਆ। ਸਰਕਾਰਾਂ ਨੂੰ ਇਹ ਚੀਜ਼ ਜਦੋਂ ਨਜ਼ਰ ਆ ਜਾਂਦੀ ਹੈ ਨਾ ਕਿ ਕੋਈ ਇਹਨਾਂ ਨੂੰ ਜੋੜ ਰਿਹਾ, ਇਹਨਾਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਾ ਰਿਹਾ, ਤਾਂ ਉਹ ਟਾਰਗੇਟ ਤੇ ਹੋ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਆਪਣੀ ਜਸਪ੍ਰੀਤ ਕੌਰ ਅੱਜ ਤੁਹਾਡੇ ਰੂਬਰੂ ਇੱਕ ਇੱਦਾਂ ਦੀ ਜੋੜੀ ਨੂੰ ਕਰਵਾਉਣ ਜਾ ਰਹੀ ਹਾਂ ਜਿਸ ਨੇ ਇੱਕ ਕਹਿੰਦੇ ਨਾ ਮਿਸਾਲ ਸਾਹਮਣੇ ਪੈਦਾ ਕੀਤੀ ਹੈ ਕਿ ਗੁਰੂ ਸਾਹਿਬ ਨੇ ਜਿਵੇਂ ਸਾਨੂੰ ਹੁਕਮ ਦਿੱਤਾ ਸੀ ਕਿ 84 ਲੱਖ ਜੂਨੀਆਂ ਤੋਂ ਬਾਅਦ ਮਨੁੱਖਾ ਦੇਹੀ ਮਿਲਦੀ ਹੈ, ਮਨੁੱਖਾ ਦੇਹੀ ਨੂੰ ਅਸੀਂ ਕਿੱਦਾਂ ਲਾਹਾ ਉਹਦਾ ਕੱਢਣਾ ਹੈ, ਕਿੱਦਾਂ ਨਾਮ ਜਪਣਾ ਹੈ, ਗੁਰੂ ਦੇ ਲੜ ਲੱਗਣਾ ਹੈ, ਉਸ ਦੀ ਇੱਕ ਬਹੁਤ ਵਧੀਆ ਮਿਸਾਲ ਅਸੀਂ ਤੁਹਾਡੇ ਰੂਬਰੂ ਅੱਜ ਕਰਨ ਜਾ ਰਹੇ ਹਾਂ। ਸੋ ਸਾਡੇ ਨਾਲ ਵੀਰ ਜੀ ਮੌਜੂਦ ਨੇ ਔਰ ਭੈਣ ਜੀ ਵੀ ਮੌਜੂਦ ਨੇ, ਅਸੀਂ ਦੋਨਾਂ ਨਾਲ ਗੱਲਬਾਤ ਕਰਵਾਵਾਂਗੇ ਕਿ ਕਿੱਦਾਂ ਉਹ ਗੁਰਸਿੱਖ ਬਾਣੇ ਦੇ ਵਿੱਚ ਆਏ। ਸਤਿ ਸ਼੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਇੱਕ ਕੰਪਲੀਮੈਂਟ ਜ਼ਰੂਰ ਬਣਦਾ ਹੈ ਕਿ ਗੁਰੂ ਦੇ ਬਾਣੇ ਦੇ ਵਿੱਚ ਬਹੁਤ ਹੀ ਸੋਹਣੇ ਲੱਗ ਰਹੇ ਜੀ। ਧੰਨਵਾਦ ਭੈਣੇ, ਇਹ ਮਹਾਰਾਜ ਦੀ ਹੀ ਕਿਰਪਾ ਹੈ, ਉਹਨਾਂ ਦਾ ਹੀ ਬਾਣਾ ਹੈ, ਉਹਨਾਂ ਦਾ ਹੀ ਰੂਪ ਹੈ, ਸਭ ਕੁਝ ਉਹਨਾਂ ਦਾ ਦਿੱਤਾ ਹੈ। ਵਾਹਿਗੁਰੂ ਜੀ ਹਾਂਜੀ, ਤੁਸੀਂ ਜਿਹੜਾ ਕੰਪਲੀਮੈਂਟ ਦਿੱਤਾ ਹੈ ਤੇ ਇਹਦੇ ਲਈ ਆਪਾਂ ਆਪਣੇ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਅੱਗੇ ਰੱਖਦੇ ਹਾਂ। ਇਹ ਸਭ ਉਹਨਾਂ ਦਾ ਬਖਸ਼ਿਆ ਹੈ। ਵਾਹਿਗੁਰੂ ਜੀ। ਭੈਣ ਜੀ ਮੈਂ ਸਭ ਤੋਂ ਪਹਿਲੇ ਇਹ ਪੁੱਛੂੰਗੀ ਕਿ ਇੰਨਾ ਗਲੋ ਕਿਸ ਤਰ੍ਹਾਂ ਆਉਂਦਾ है? वाहिगुरु जी ये उसके नाम की ताकत है, जो अकालपुरी जी का नाम है, जो गुरु बख्श के गए हैं वाहिगुरु नाम, ये उसी का ही कमाल है। वाहिगुरु जी ਜਿੰਨੇ ਤੁਸੀਂ ਤੁਹਾਡੇ ਚਿਹਰਿਆਂ ਤੇ ਗਲੋ ਦੇਖਣ ਨੂੰ ਮਿਲ ਰਹੇ, ਉਨੇ ਹੀ ਸੌਫਟ ਸਪੋਕਨ ਹੋ ਤੁਸੀਂ, ਗੱਲ ਕਰਨ ਨੂੰ ਹੋਰ ਦਿਲ ਕਰਦਾ ਹੈ। ਇਹ ਚੀਜ਼ ਕਿੱਥੋਂ ਮਤਲਬ ਮਿਲੀ ਹੈ? ਬਾਈ ਬਰਥ ਹੈ ਤਾਂ ਜਾਂ ਗੁਰੂ ਸਾਹਿਬ ਦੀ ਕਿਰਪਾ ਹੈ? ਇੱਦਾਂ ਵਾਹਿਗੁਰੂ ਜੀ, ਜਦੋਂ ਆਪਾਂ ਮਹਾਰਾਜ ਨੂੰ ਜੋ ਸਾਨੂੰ ਬਖਸ਼ ਕੇ ਗਏ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਦਾਂ ਆਪਾਂ ਵਿਚਾਰਦੇ ਆ ਨਾ, ਸਾਨੂੰ ਸੱਚ ਦਾ ਪਤਾ ਲੱਗਦਾ। ਜਿੱਦਾਂ ਸੱਚ ਦਾ ਪਤਾ ਲੱਗਦਾ ਹੈ, ਮਹਾਰਾਜ ਨਾ ਕਹਿੰਦੇ ਹੈ ਕਿ ਤੁਸੀਂ ਸਹਿਜ ਅਵਸਥਾ 'ਚ ਰਹਿਣਾ। ਜਿਵੇਂ ਆਪਾਂ ਕਿੱਦਾਂ ਹੁੰਦਾ ਵਾਹਿਗੁਰੂ ਜੀ, ਪਿਛਲੇ ਅਗਰ ਜਨਮ ਦੀ ਗੱਲ ਕਰੀਏ, ਜਿਹੜਾ ਸਾਡਾ ਸਿੱਖੀ ਤੋਂ ਪਿਛਲਾ ਜਨਮ ਸੀ, ਆਪਾਂ ਉਹਨੂੰ ਪਿਛਲਾ ਜਨਮ ਕਹਿ ਦਿੰਦੇ ਆ, ਉਹਦੇ 'ਚ ਸਾਨੂੰ ਕਦੀ ਗੁੱਸਾ ਆ ਜਾਣਾ, ਕਦੀ ਹੰਕਾਰ ਆ ਜਾਣਾ, ਬਹੁਤ ਕੁਛ ਹੁੰਦਾ। 5 ਦੂਤ ਹੁੰਦੇ ਆ ਜਿਹੜੇ ਸਾਨੂੰ ਹਰ ਵੇਲੇ ਘੇਰੀ ਰੱਖਦੇ ਆ। ਮਹਾਰਾਜ ਨੇ ਸਾਨੂੰ ਇਹਨਾਂ ਤੋਂ ਹੀ ਛੁਟਕਾਰਾ ਦਵਾਇਆ, ਪਰ ਉਹ ਦਵਾਇਆ ਕਿੱਦਾਂ? ਜਿੱਦਾਂ ਇਹਨਾਂ ਨੇ ਦੱਸਿਆ ਕਿ ਵਾਹਿਗੁਰੂ ਸਿਮਰਨ, ਜਾਂ ਆਪਾਂ ਜਿਵੇਂ ਨਿਤਨੇਮ ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਹੌਲੀ ਹੌਲੀ ਸਾਡੀ ਨਾ ਬ੍ਰਹਮ ਤੋਂ ਆਪਾਂ ਨਿਕਲ ਆਉਂਦੇ ਆ ਵੀ ਇਹ ਸਭ ਬ੍ਰਹਮ ਹੈ,
ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਸਕਦੇ। ਸਾਰਿਆਂ ਦੇ ਵਿੱਚ ਜਦੋਂ ਰੱਬ ਦਿਖਣ ਲੱਗ ਜਾਂਦਾ ਹੈ ਤਾਂ ਆਟੋਮੈਟਿਕਲੀ ਅਵਸਥਾ ਸਹਿਜ ਹੋ ਜਾਂਦੀ। ਵਾਹਿਗੁਰੂ ਜੀ ਕਿੱਦਾਂ ਮਿਲੇ ਸੀ ਤੁਸੀਂ ਤੇ ਕੀ ਉਹ ਵਾਹਿਗੁਰੂ ਨੇ ਇੱਕ ਸਬੱਬ ਬਣਾਇਆ ਕਿ ਤੁਸੀਂ ਡਿਸੀਜਨ ਲੈ ਲਿਆ ਕਿ ਤੁਸੀਂ ਜੀਵਨ ਸਾਥੀ ਬਣਨਾ? ਜੀ ਵਾਹਿਗੁਰੂ ਜੀ, ਇਹ ਵੀ ਇਹਦੇ ਨਾਲ ਹੀ ਜੁੜਦੀ ਗੱਲ ਹੈ। ਵਾਹਿਗੁਰੂ ਜੀ, ਜਦੋਂ ਆਪਾਂ ਫਸਟ ਟਾਈਮ ਮਿਲਦੇ ਹਾਂ, ਉਹ ਸਾਡੇ ਕੋਈ ਫੈਮਿਲੀ ਫੰਕਸ਼ਨ ਕਹਿ ਲਓ, ਪਾਰਟੀ ਸੀਗੀ, ਤੇ ਉੱਥੇ ਇਹ ਵੀ ਆਏ ਹੋਏ ਸੀਗੇ, ਮਤਲਬ ਇਹਨਾਂ ਦੇ ਜਿਹੜੇ ਅੱਗੇ ਕੁਝ ਰਿਲੇਟਿਡ ਸੀਗੇ, ਰਿਲੇਟਿਵ ਸੀਗੇ ਜਿਹੜੇ ਨਾਲ ਰਿਲੇਟ ਕਰਦੇ ਸੀਗੇ, ਉਹਨਾਂ ਨੇ ਇਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਉੱਥੇ ਜਦੋਂ ਸਾਰੇ ਬੈਠ ਕੇ ਗੱਲ ਕਰ ਰਹੇ ਸੀ, ਤੁਸੀਂ ਦੇਖੋ ਫਸਟ ਟਾਈਮ ਜਦੋਂ ਆਪਾਂ ਮਿਲਦੇ ਹਾਂ ਤਾਂ ਉਦੋਂ ਵੀ ਜਿਹੜਾ ਸਾਡੀ ਮੁਲਾਕਾਤ ਪਹਿਲੀ ਹੋਈ ਹੈ ਉਹ ਗੁਰੂ ਦੇ ਨਾਮ ਤੋਂ ਹੀ ਹੋਈ ਹੈ। ਅਕਾਲ ਪੁਰਖ ਜੀ ਨੂੰ ਯਾਦ ਕੀਤਾ ਗਿਆ ਉੱਥੇ, ਤੇ ਸਾਡੀ ਸੋਚ ਇੱਕ ਸੀ। ਉਦੋਂ ਆਪਾਂ ਪਹਿਲੀ ਵਾਰੀ ਦੋਸਤ ਬਣਦੇ ਆ। ਦੋਸਤੀ ਤੋਂ ਬਾਅਦ ਜਿੱਦਾਂ ਜਿੱਦਾਂ ਅੱਗੇ ਸਮਾਂ ਬੀਤਦਾ ਗਿਆ, ਸਾਨੂੰ ਚੰਗਾ ਲੱਗਿਆ ਇੱਕ ਦੂਜੇ ਨਾਲ ਗੱਲਬਾਤ ਕਰਕੇ, ਤੇ ਇਹ ਮਹਾਰਾਜ ਪਹਿਲੇ ਹੁਕਮ 'ਚ ਸੀ, ਅਸੀਂ ਨਹੀਂ ਸਮਝ ਪਾਉਂਦੇ, ਤੇ ਹੌਲੀ ਹੌਲੀ ਉਹ ਗੱਲ ਵਿਆਹ ਤੱਕ ਪਹੁੰਚਦੀ ਹੈ, ਤੇ ਵਿਆਹ ਤੋਂ ਬਾਅਦ ਮਹਾਰਾਜ ਆਪਣਾ ਰੰਗ ਸਾਨੂੰ ਚੜਾ ਦਿੰਦੇ ਆ। ਵਾਹਿਗੁਰੂ ਲੱਗਦਾ ਹੈ ਕਿ ਕਿਤੇ ਨਾ ਕਿਤੇ ਵਾਹਿਗੁਰੂ ਦੀ ਹੀ ਕਿਰਪਾ ਹੈ ਕਿ ਇੱਕ ਸੋਚ ਹੋਣਾ, ਇੱਕ ਹਸਬੈਂਡ ਵਾਈਫ ਦੇ ਵਿੱਚ ਮੇਨ ਜਿਹੜੇ ਤਣਾਅ ਦਾ ਅੱਜਕੱਲ ਕਾਰਨ ਦੇਖਣ ਨੂੰ ਮਿਲਦਾ ਹੈ ਕਿ ਸੋਚ ਨਹੀਂ ਮੈਚ ਕਰਦੀ। ਉਹ ਤੁਹਾਡੀ ਸੋਚ ਮੈਚ ਕਰ ਰਹੀ ਹੈ। ਗੁਰੂ ਸਾਹਿਬ ਨੇ ਲੱਗਦਾ ਕਿ ਉਹਨਾਂ ਨੇ ਆਪਣੇ ਪਾਏ ਪੂਰਨਿਆਂ ਤੇ ਚਲਾਣਾ ਸੀ ਤਾਂ। ਜੀ ਵਾਹਿਗੁਰੂ ਜੀ, ਬਿਲਕੁਲ ਸਤ ਬਚਨ ਜੀ। ਤੁਸੀਂ ਇਹ ਦੇਖੋ ਵਾਹਿਗੁਰੂ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਅੱਜ ਕੱਲ੍ਹ ਅਗਰ ਤਣਾਅ ਹੈ ਤਾਂ ਉਹਦੇ ਪਿੱਛੇ ਵਿਚਾਰਾਂ ਦੇ ਮਤਭੇਦ, ਸੋਚ ਅਲੱਗ-ਅਲੱਗ ਹੋਣਾ। ਹੁਣ ਜਿਵੇਂ ਮੰਨ ਲਓ ਕਈ ਸਾਨੂੰ ਭੈਣ ਵੀਰ ਮਿਲਦੇ ਨੇ, ਉਹ ਦੱਸਦੇ ਆ ਵੀ ਇੱਕ ਜਾਣਾ ਜਿਵੇਂ ਗੁਰੂ ਦੇ ਰਾਹ ਤੇ ਹੈ, ਗੁਰੂ ਸਾਹਿਬ ਦੀ ਉੱਤੇ ਕਿਰਪਾ ਹੈ, ਦੂਜੇ ਤੇ ਅਗਰ ਹਜੇ ਨਹੀਂ ਹੈ ਤਾਂ ਉਹ ਮਤਲਬ ਨਾ ਬੜੀ ਪਰੇਸ਼ਾਨੀ ਵਾਲੀ ਗੱਲ ਹੋ ਜਾਂਦੀ ਉਹਨਾਂ ਲਈ, ਕਿਉਂਕਿ ਇਹ ਰਸਤਾ ਬਿਲਕੁਲ ਅੱਡ ਹੈ ਜੀ, ਤੇ ਉਹ ਜਿਹੜਾ ਦੁਨਿਆਵੀ ਰਸਤਾ ਹੈ, ਉਹ ਸੋਚ ਉਹ ਬਿਲਕੁਲ ਅਲੱਗ ਹੈ। ਜਦੋਂ ਮਹਾਰਾਜ ਨੇ ਸਾਨੂੰ ਦੋਨਾਂ ਨੂੰ ਹੀ ਸੇਮ ਸੋਚ ਬਖਸ਼ਤੀ, ਹੁਣ ਤੁਸੀਂ ਦੇਖੋ ਆਪਾਂ ਦੋਨੋਂ ਆਜ਼ਾਦ ਫੀਲ ਕਰਦੇ ਹਾਂ। ਵਾਹਿਗੁਰੂ ਜੀ, ਸਾਨੂੰ ਇੱਕ ਦੂਜੇ ਦਾ ਪਤਾ ਹੈ ਕਿ ਆਪਾਂ ਕੀ ਕਰਨਾ ਹੈ, ਕਾਹਦੇ ਲਈ ਮਹਾਰਾਜ ਨੇ ਸਾਨੂੰ ਭੇਜਿਆ। ਅੱਗੇ ਨਾ ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਸੀ ਵੀ ਆਪਾਂ ਕਰਨਾ ਕੀ ਹੈ। ਅੱਜ ਕੁਛ ਤੇ ਕੱਲ ਕੁਛ ਦਿਮਾਗ ਦੇ ਵਿੱਚ ਖਿਆਲ ਆਇਆ, ਫਿਰ ਬਦਲ ਗਏ, ਫਿਰ ਬਦਲ ਗਏ। ਸਾਲ ਬਾਅਦ ਐਂ ਲੱਗਦਾ ਸੀ ਕਿ ਇਹ ਤਾਂ ਪੁਰਾਣਾ ਹੋ ਗਿਆ, ਹੁਣ ਅਪਡੇਟ ਕਰੋ ਲਾਈਫ ਨੂੰ, ਕੁਝ ਇਦਾਂ ਦੀ ਵੀ ਸੋਚ ਸੀ। ਹੁਣ ਆਪਾਂ ਪੂਰੇ ਅਪਡੇਟ ਹੀ ਆ, ਕਿਉਂਕਿ ਮਹਾਰਾਜ ਨੇ ਜੋ ਸਾਨੂੰ ਆਪਣੇ ਹੁਕਮ ਰਾਹੀਂ ਜਿੱਦਾਂ ਸਾਨੂੰ ਚਲਾਇਆ, ਇਸ ਤੋਂ ਵੱਧ ਕੇ ਕੁਝ ਨਹੀਂ ਹੋ ਸਕਦਾ ਸਾਡੇ ਲਈ। ਹਾਂਜੀ, ਬਿਲਕੁਲ ਸਹੀ ਹੈ ਕਿ ਸਾਡੀ ਜਿਹੜੀ ਸੋਚ ਹੈ ਉਹ ਮਹਾਰਾਜ ਨੇ ਪਹਿਲਾਂ ਹੀ ਸੇਮ ਰੱਖੀ ਸੀ ਤਾਂ ਕਿ ਇਹ ਦੋਨੋਂ ਚੱਲ ਪੈਣ। ਨਹੀਂ ਤਾਂ ਮੰਨ ਲਓ ਵੀ ਇੱਕ ਜਾਣਾ ਅਗਰ ਇਸ ਚੀਜ਼ ਨੂੰ ਸਮਝ ਰਿਹਾ, ਦੂਜਾ ਅਗਰ ਉਸ ਚੀਜ਼ ਤੋਂ ਨਹੀਂ ਸਮਝ ਰਿਹਾ ਤਾਂ ਦਿੱਕਤ ਆਉਂਦੀ ਹੈ। ਵਾਹਿਗੁਰੂ ਜੀ। ਭੈਣੇ, ਜਿਵੇਂ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਜਿਹੜਾ ਟ੍ਰੈਂਡ ਹੈ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਹੈ। ਵਾਇਰਲ ਨਿਊਜ਼ ਦੇ ਵਿੱਚ ਅਕਸਰ ਤੁਸੀਂ ਦੇਖਦੇ ਹੋਵੋਗੇ ਕਿ ਜਿਹੜੀਆਂ ਅੱਜ ਕੱਲ੍ਹ ਲੇਡੀਜ਼ ਨੇ, ਖਾਸ ਕਰਕੇ ਉਹ ਗਾਣਿਆਂ ਤੇ ਡਾਂਸ ਕਰ ਰਹੀਆਂ ਨੇ, ਕਈ ਕੁਛ ਠੁਮਕੇ ਲਗਾ ਰਹੀਆਂ ਨੇ। ਸਾਡਾ ਵਿਰਸਾ ਕਿੱਥੇ ਜਾ ਰਿਹਾ ਹੈ? ਮੇਨ ਅਸੀਂ ਇਸ ਚੀਜ਼ ਨੂੰ ਕਈ ਲੋਕ ਲੈ ਕੇ ਚਿੰਤਾ ਵੀ ਆਪਣੀ ਜਤਾਉਂਦੇ ਨੇ। ਤੁਹਾਡਾ ਕੀ ਕਹਿਣਾ ਇਸ ਬਾਰੇ? वाहिगुरु जी, जितना पिताजी ने समझाया है कि जो अपने मन को आगे करता है ना, तो उसे पता नहीं लगता वो कर क्या रहा है। उसका मन तो यही बताएगा कि हाँ वो ना ये कर रहा है, मैं भी यही करूँगी। ठीक है वाहिगुरु जी, कि वो ऐसे कपड़े पहन रहे हैं तो मैं भी यही पहनूंगी। बट जब आप गुरु के साथ जुड़ते हो ना, जब गुरु की बात को समझते हो कि गुरु आपको कैसे क्या समझा रहे हैं कि आपको इस दुनिया में कैसे चलना है ना, सत्य वचन, तो वो आपका मन वहाँ खत्म होके ना आपके गुरु प्रकट होते हैं। वाहिगुरु जी, जब गुरु आ जाते हैं ना, तब आपको कुछ लेना देना ही नहीं। आपको ना एक्चुअली गुरु सारी चीज समझा देते हैं। ये जो हम एक्चुअली हम क्या कर रहे होते हैं, हम मूर्ख ना दूसरों के लिए जी रहे होते हैं, अपने लिए नहीं जी रहे होते। सच बताओ कि सत्य कि उसकी नजरों में मुझे अच्छा बनना है या उसको अच्छा दिखाना, नहीं, ये हम गलती कर देते हैं। हमें अच्छा बनना है अपने गुरु के लिए, क्योंकि एंड टाइम पे हमारे गुरु ही हमें साथ लेके जाएंगे उस अकाल पुरख जी के पास। ये कहते हैं ना, नानक नाम जहाज है, चढ़े से उतरे, यही काम आएगा। वाहिगुरु जी, ये सब तो यहीं रह जाएगा, कोई जाएगा, शरीर तक यहीं रह जाएगा, है ना वाहिगुरु जी। जाएगा तो सिर्फ नाम और गुरु। ਵਿਜੇ, ਇਹ ਵੀ ਪੁੱਛਣਾ ਚਾਹੂੰਗੀ ਕਿ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਦੇ ਟ੍ਰੈਂਡ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਜਵਾਨੀ ਖਰਾਬ ਹੁੰਦੀ ਜਾ ਰਹੀ ਹੈ ਸਭ ਦੀ। ਮਾਂ-ਬਾਪ ਨੂੰ ਚਿੰਤਾ ਹੈ ਕਿ ਸਾਡੇ ਬੱਚੇ ਗਲਤ ਕੁਰਾਹੇ ਪੈ ਰਹੇ ਨੇ। ਉਹੋ ਜਿਹੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਜੀ ਵਾਹਿਗੁਰੂ ਜੀ, ਬਿਲਕੁਲ ਸਹੀ ਕਹਿ ਰਹੇ ਹੋ। ਦੇਖੋ, ਇੱਕ ਤਾਂ ਇਹ ਹੁੰਦਾ ਹੈ ਕਿ ਵਾਹਿਗੁਰੂ ਜੀ ਆਪਾਂ ਉਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਇਆ, ਆਪਾਂ ਵੀ ਉਹਨਾਂ ਰਾਹਾਂ ਚੋਂ ਹੀ ਲੰਘ ਕੇ ਆਏ ਹਾਂ, ਤਾਂ ਅੱਜ ਸਾਡਾ ਸੋਸ਼ਲ ਮੀਡੀਆ ਤੇ ਜਿਹੜਾ ਹੁਣ ਆਪਾਂ ਆਏ ਆ, ਜਸਟ ਥੋੜੇ ਦਿਨ ਹੋਏ ਆ, ਸਾਡੇ ਆਉਣ ਦਾ ਮੇਨ ਮਕਸਦ ਹੀ ਇਹੀ ਸੀ। ਆਪਾਂ ਕਿ ਅਗਰ ਮਹਾਰਾਜ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਹੈ, ਕਿਉਂ ਨਾ ਆਪਾਂ ਆਪਣੇ ਬਾਕੀ ਭੈਣ ਭਰਾਵਾਂ 'ਚ ਵੀ
ਉਹਨਾਂ ਨੂੰ ਯਾਦ ਕਰਾਈਏ ਵੀ ਆਪਾਂ ਗਲਤ ਰਾਹ ਤੇ ਆ, ਵੀ ਇਹ ਸਹੀ ਨਹੀਂ ਹੈ, ਅੱਜ ਨਹੀਂ ਤਾਂ ਕੱਲ ਸਾਨੂੰ ਪਛਤਾਣਾ ਪਏਗਾ। ਠੀਕ ਹੈ, ਅੱਜ ਸਾਨੂੰ ਪਤਾ ਨਹੀਂ ਲੱਗ ਰਿਹਾ, ਅੱਜ ਹੋ ਸਕਦਾ ਹੈ ਜਿਹੜੀ ਸਾਡੀ ਸੰਗਤੀ ਹੈ ਉਹ ਇਦਾਂ ਦੀ ਹੈ ਵੀ ਸਾਨੂੰ ਲੱਗ ਰਿਹਾ ਆਪਾਂ ਬੜਾ ਚੰਗਾ ਕੰਮ ਕਰ ਰਹੇ, ਉਹ ਸਾਨੂੰ ਹੱਲਾਸ਼ੇਰੀ ਵੀ ਬਹੁਤ ਦਿੰਦੇ ਆ, ਪਰ ਜਦੋਂ ਉਹਨਾਂ ਨੂੰ ਇੱਕ ਦਿਨ ਪਤਾ ਲੱਗੇਗਾ ਨਾ ਵੀ ਇਹ ਸਭ ਝੂਠ ਸੀ, ਕਿਉਂਕਿ ਜਿਹਦੀ ਜੇਬ 'ਚ ਪੈਸੇ ਹੈ ਉਹ ਕਹਿ ਲਓ ਵੀ ਉਹਦੀ ਹੀ ਦੋਸਤੀ ਰਹਿ ਗਈ ਅੱਜ ਦੇ ਸਮੇਂ 'ਚ, ਤੇ ਜਦੋਂ ਉਹਨਾਂ ਦੀ ਜੇਬ ਖਾਲੀ ਹੋ ਗਈ ਤੇ ਮੁੜ ਕੇ ਨਾ ਕੋਈ ਰਿਸ਼ਤਾ ਤੇ ਨਾ ਕੋਈ ਦੋਸਤੀ। ਅਕਸਰ ਦੇਖਿਆ ਜਾਂਦਾ ਵੀਰ ਜੀ ਕਿ ਦੁਨੀਆ ਤੋਂ ਜਾਣ ਵੇਲੇ ਦੱਸਿਆ ਜਾਂਦਾ ਹੈ ਕਿ ਦੋਨੋਂ ਤਰ੍ਹਾਂ ਲੋਕ ਅਫਸੋਸ ਜਤਾਉਂਦੇ, ਇੱਕ ਜਿਨ੍ਹਾਂ ਨੇ ਨਾਮ ਬਾਣੀ ਦਾ ਸਹਾਰਾ ਨਹੀਂ ਲਿੱਤਾ ਵੀ, ਜਾਂ ਜਿਨ੍ਹਾਂ ਨੇ ਨਾਮ ਬਾਣੀ ਦਾ ਸਹਾਰਾ ਲੈ ਲਿਆ ਪਰ ਲੇਟ ਲਿੱਤਾ ਹੈ, ਉਹਨਾਂ ਨੂੰ ਇਹ ਅਫਸੋਸ ਹੁੰਦਾ ਹੈ ਕਿ ਅਸੀਂ ਲੇਟ ਲਿੱਤਾ ਹੈ, ਕਿ ਅਸੀਂ ਗੁਰੂ ਦੇ ਲੜ ਪਹਿਲੇ ਕਿਉਂ ਨਹੀਂ ਲੱਗੇ। ਹਾਂਜੀ ਵਾਹਿਗੁਰੂ ਜੀ, ਇਹ ਵੀ ਸੱਤ ਬਚਨ ਹੈ। ਦੇਖੋ ਜਦੋਂ ਗੁਰੂ ਨਾਲ ਪ੍ਰੇਮ ਪੈ ਜਾਂਦਾ ਨਾ, ਜਦੋਂ ਉਹਦਾ ਰੰਗ ਚੜ ਜਾਂਦਾ, ਫਿਰ ਇਹ ਹੁੰਦਾ ਕਿ ਗੁਰੂ ਸਾਹਿਬ, ਹੁਣ ਜਿਵੇਂ ਆਪਾਂ ਆਪਸ 'ਚ ਬੈਠ ਕੇ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਕਿ ਠੀਕ ਹੈ ਮਹਾਰਾਜ ਤੁਸੀਂ ਸਾਨੂੰ ਆਪਣੇ ਚਰਨਾਂ 'ਚ ਥਾਂ ਬਖਸ਼ੀ ਹੈ, ਆਪਾਂ ਜਿੰਨਾ ਤੁਹਾਡਾ ਸ਼ੁਕਰੀਆ ਕਰ ਲਈਏ ਘੱਟ ਹੈ, ਬਟ ਕਈ ਵਾਰੀ ਇਹ ਵੀ ਸਾਡੇ ਅੰਦਰ ਕੁਐਸਚਨ ਆਉਂਦਾ ਕਿ ਮਹਾਰਾਜ ਪਹਿਲਾਂ ਕਿਉਂ ਨਹੀਂ ਬਖਸ਼ ਲਿਆ, ਕਿਉਂਕਿ ਆਪਾਂ ਜਿਹੜੀ ਆਪਣੀ ਪਾਸਟ ਲਾਈਫ ਨੂੰ ਅੱਜ ਨਾਲ ਜਦੋਂ ਸੋਚਦੇ ਹਾਂ ਨਾ ਬੈਠ ਕੇ, ਵੀ ਦੇਖੋ ਕੋਈ ਬਹੁਤਾ ਪੁਰਾਣਾ ਸਮਾਂ ਨਹੀਂ, ਸਾਲ 2 ਸਾਲ ਪਿੱਛੇ ਜਾਈਦਾ, ਜਦੋਂ ਹੱਦ 3 ਸਾਲ ਪਿੱਛੇ ਜਾਈਦਾ, ਤਾਂ ਆਪਾਂ ਕਹਿੰਦੇ ਗੁਰੂ ਸਾਹਿਬ ਆਪਾਂ ਕਦੀ ਬੈਠ ਕੇ ਤੁਹਾਨੂੰ ਬਾਰੇ ਚੰਗੀ ਤਰ੍ਹਾਂ ਸੋਚਿਆ ਤੱਕ ਨਹੀਂ, ਵੀ ਸਾਡੀ ਯਾਦ ਵਿੱਚ ਜਾਂ ਤਾਂ ਪੈਸਾ ਸੀ ਜਾਂ ਸਾਡੇ ਕੁਝ ਹੋਰ ਸੀਗਾ, ਦੁਨਿਆਵੀ ਚੀਜ਼ਾਂ ਸੀਗੀਆਂ। ਅੱਜ ਸਾਨੂੰ ਉਹ ਫੀਲ ਹੁੰਦਾ ਹੈ ਕਿ ਮਹਾਰਾਜ ਚਲੋ ਧੰਨਵਾਦ ਤੁਸੀਂ ਸਾਨੂੰ ਬਖਸ਼ ਲਿਆ, ਨਹੀਂ ਤਾਂ ਪਤਾ ਨਹੀਂ ਆਪਾਂ ਤਾਂ ਫਿਰ ਰੁਲੀ जाना ਸੀगा। यही है वाहिगुरु जी कि पिताजी ने कहते हैं ना खेल खेला हुआ है, ठीक है वाहिगुरु जी। अगर पिताजी ने हमें वो जिंदगी ना दी होती है, वो एक्चुअली हमारे कर्म के अकॉर्डिंग, जब तक हमारे कर्म थे वो काटने तो हैं ही है वाहिगुरु। अगर हम दलदल में नहीं फंसे होते तो हमें ये पता लगता गुरु का नहीं पता लग सकता था, वैल्यू ही नहीं पता लगती वाहिगुरु जी। तभी जब हम दलदल में थे तभी तो पता नहीं लगा था वैल्यू, कोई अगर हम गुरुमुख आके हमें समझाते थे हम इग्नोर करते थे, हाँ ठीक है प्रभु ठीक है, हाँ ठीक है, बट आज ये चीज़ समझ आ रही क्योंकि हम उस दलदल से निकल के आए हैं। तो इसलिए बस यही होता है कि हम सब ना भूले भटके होते हैं। ਇੱਥੇ ਇਹ ਵੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ, ਇਹ ਸੱਚੀ ਗੱਲ ਹੈ ਕਿ ਤੁਸੀਂ ਦੇਖੋ ਸਾਨੂੰ ਨਹੀਂ ਪਤਾ ਸੀ ਕਿ ਇਹਦੇ ਮਹਾਰਾਜ ਕੀ ਖੇਡ ਖੇਡਣਗੇ। ਹੁਣ ਆਪਾਂ ਇੰਸਟਾਗ੍ਰਾਮ ਤੇ ਆਈਡੀ ਬਣਾਈ, 1-2 ਪੋਸਟ ਪਾਈਆਂ, ਸੰਗਤ ਨੇ ਇੰਨਾ ਪਿਆਰ ਬਖਸ਼ਿਆ, ਈਵਨ ਕਿ ਸਾਡੇ ਜਿਹੜੇ ਹਮ ਉਮਰ ਨੇ ਭੈਣ ਭਰਾ ਨੇ, ਆਪਾਂ ਉਹਨਾਂ ਦੇ ਅੰਦਰ ਗੁਰੂ ਸਾਹਿਬ ਲਈ ਜਿਹੜਾ ਪਿਆਰ ਦੇਖਿਆ, ਸਾਨੂੰ ਬੜੀ ਖੁਸ਼ੀ ਹੋਈ ਕਿ ਉਹ ਇਸ ਰਾਹ ਤੇ ਆਲਰੇਡੀ ਕਹਿ ਲਓ ਵੀ ਚੱਲੇ ਹੋਏ ਸੀ, ਬਸ ਭਟਕੇ ਹੋਏ ਸੀ, ਹੁਣ ਉਹ ਸਿੱਧੇ ਰਾਹ ਸਮਝ ਕੇ ਪੈ ਗਏ ਨੇ। ਉਹਨਾਂ ਨੂੰ ਇਹ ਆਪਾਂ ਇਹੀ ਕਹਿੰਦੇ ਆ ਕਿ ਵਾਹਿਗੁਰੂ ਜੀ ਤੁਸੀਂ ਤਾਂ ਬਹੁਤ ਭਾਗਾਂ ਵਾਲੇ ਹੋ, ਤੁਸੀਂ ਛੋਟੇ ਹੁੰਦਿਆਂ ਤੋਂ ਬਾਣੀ ਨਾਲ ਜੁੜੇ ਹੋਏ ਸੀ, ਸਾਨੂੰ ਤਾਂ ਉਹ ਵੀ ਨਸੀਬ 'ਚ ਨਹੀਂ ਹੋਇਆ ਸੀ ਉਦੋਂ। ਹੁਣ ਮਹਾਰਾਜ ਨੇ ਕਿਰਪਾ ਬਹੁਤ ਕੀਤੀ ਹੈ, ਨੋ ਡਾਊਟ, ਪਰ ਆਪਾਂ ਕਹਿੰਦੇ ਹਾਂ ਕਿ ਤੁਸੀਂ ਭਾਗਾਂ ਵਾਲੇ ਹੋ। ਕੋਈ 18 ਸਾਲ ਦਾ ਹੈ, ਕੋਈ 15 ਸਾਲ ਦੇ ਵੀ ਬੱਚੇ ਹੈ, ਕੋਈ 20 ਸਾਲ ਦਾ ਹੈ। ਆਪਾਂ ਕਹਿੰਦੇ ਕਿ ਅੱਜ ਅਗਰ ਤੁਸੀਂ ਇਹ ਰਾਹ ਤੇ ਚੱਲ ਪਏ ਨਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗਾ ਹੋਏਗਾ ਤੁਹਾਡੇ ਲਈ, ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਵਾਹਿਗੁਰੂ ਜੀ। ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈ? ਜੀ ਵਾਹਿਗੁਰੂ ਜੀ, ਇਸ ਟਾਈਮ ਸਾਡੇ ਦੋਨਾਂ ਦੀ ਹੀ ਸੇਮ ਉਮਰ ਹੈ, 32 ਇਅਰਸ ਹੈ। ਅੱਛਾ, ਉਮਰ ਵੀ ਸੇਮ ਹੈ ਤੁਹਾਡੀ। ਇਹ ਵਾਹਿਗੁਰੂ ਦਾ ਕਹਿੰਦੇ ਨਾ ਰਹਿਮਤ ਹੀ ਹੈ, ਫਿਰ ਸੋਚ ਵੀ ਇੱਕ, ਉਮਰ ਵੀ ਇੱਕ, ਸਾਰਾ ਕੁਝ ਸੇਮ, ਮਤਲਬ ਇੱਕ ਰਾਹ, ਇੱਕ ਟੀਚਾ, ਸਾਰਾ ਪਾਸੇ ਇੱਕੋ ਹੀ ਹੈ, ਸਾਰਾ ਇੱਕੋ ਹੈ ਸਾਡਾ। ਦੇਖੋ ਈਅਰ ਸੇਮ, ਡੇਟ ਜਿਹੜੀ ਹੈ ਤਕਰੀਬਨ ਉਹ ਵੀ ਬਹੁਤ ਨੇੜੇ ਹੈ, ਇੱਕੋ ਮਹੀਨੇ 'ਚ ਹੀ ਸਾਡਾ 5 ਦਿਨਾਂ ਦਾ ਫਰਕ ਹੈ ਵਾਹਿਗੁਰੂ ਜੀ। ਤੇ ਸਹੀ ਗੱਲ ਹੈ, ਮੇਨ ਗੱਲ ਆ ਜਾਂਦੀ ਸੋਚ ਦੇ ਉੱਤੇ। ਜਿਵੇਂ ਤੁਸੀਂ ਲਾ ਲਓ ਕਿ ਕਈ ਵਾਰੀ ਨਾ ਆਪਾਂ ਕਿਸੇ 'ਚ ਜਦੋਂ ਸ਼ੁਰੂ 'ਚ ਵਿਚਰਦੇ ਸੀ, ਹੁਣ ਤਾਂ ਇਹ ਗੱਲ ਤਾਂ ਕਾਫੀ ਸੰਗਤ ਤੱਕ ਪਹੁੰਚ ਵੀ ਗਈ ਹੈ ਕਿ ਉਹਨਾਂ ਨੂੰ ਲੱਗਦਾ ਸੀ ਇਹ ਹਿੰਦੂ ਪਰਿਵਾਰ ਤੋਂ ਆਏ ਨੇ, ਇਹ ਸਿੱਖ ਪਰਿਵਾਰ ਤੋਂ ਸੀਗਾ, ਤਾਂ ਇਹਨੇ ਇਹਨੂੰ ਸਮਝਾਇਆ ਹੋਏਗਾ ਵੀ ਆਪਾਂ ਇਹ ਰਾਹ ਤੇ ਕਿਵੇਂ ਚੱਲਣਾ, ਪਰ ਇਦਾਂ ਨਹੀਂ ਹੋਇਆ ਵਾਹਿਗੁਰੂ ਜੀ। ਮੈਂ ਤਾਂ ਆਪਣੇ ਗੁਰੂ ਸਾਹਿਬ ਤੋਂ ਕਹਿੰਦੇ ਹੈ ਨਾ ਬਹੁਤ ਦੂਰ ਜਾ ਚੁੱਕਿਆ ਸੀ। ਇਹਨਾਂ ਦੇ ਅੰਦਰ ਪਹਿਲਾਂ ਪਿਆਰ ਗੁਰੂ ਸਾਹਿਬ ਨੇ ਜਗਾਇਆ, ਇਹਨਾਂ ਨੇ ਮੇਰੇ ਨਾਲ ਕੁਝ ਇਦਾਂ ਦੇ ਸਵਾਲ ਜਵਾਬ ਕੀਤੇ ਕਿ ਜਦੋਂ ਕਹਿੰਦੀ ਸਾਡਾ ਵਿਆਹ ਹੋਇਆ, ਮੈਂ ਪੰਜਾਬ ਦੇ ਵਿੱਚ ਆਈ ਹਾਂ, ਤਾਂ ਪਹਿਲਾਂ ਜਿਹੜਾ ਮੈਂ ਸਿੱਖ ਇਤਿਹਾਸ ਬਾਰੇ ਜਿੰਨਾ ਵੀ ਸੁਣਿਆ ਸੀ ਵੀ ਆਪਾਂ ਉਸ ਮਾਹੌਲ 'ਚ ਵੱਡੇ ਨਹੀਂ ਹੋ ਰਹੇ, ਆਪਾਂ ਉਸ ਮਾਹੌਲ 'ਚ ਅੱਜ ਖੁਦ ਹੀ ਨਹੀਂ ਹੈਗੇ। ਕਿਉਂਕਿ ਮੇਰੀ ਨਾ ਇੱਕ ਆਦਤ ਸੀ, ਮੈਂ ਇਹਨਾਂ ਨੂੰ ਕਹਿ ਦਿੰਦਾ ਸੀ ਸਾਨੂੰ ਕਦੀ ਟੈਨਸ਼ਨ ਇਸ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ, ਤੇ ਇਹਨਾਂ ਨੇ ਇੱਕ ਦਿਨ ਕਹਿਤਾ ਕਿ ਤੁਸੀਂ ਕਹਿੰਦੇ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹੋ, ਕਿ ਆਪਾਂ ਇਹ ਕਹਾਣ ਦੇ ਸੱਚੀ ਲਾਇਕ ਹਾਂ? ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਕਿਹਾ ਨਹੀਂ ਵਾਹਿਗੁਰੂ ਜੀ, ਇਹ ਗੱਲ ਤੁਹਾਡੀ ਠੀਕ ਹੈ ਕਿ ਕਹਿਣ ਨੂੰ ਹੀ ਹੈ, ਅਸਲ ਦੇ ਵਿੱਚ ਪਤਾ ਨਹੀਂ ਮਹਾਰਾਜ ਤਾਂ ਨਹੀਂ ਸਾਡੇ ਤੋਂ ਖੁਸ਼ ਹੋਣਗੇ ਜਦੋਂ ਤੱਕ ਆਪਾਂ ਆਹ ਕੰਮ ਫੜੇ ਹੋਏ ਹੈ। ਤੇ ਫਿਰ ਮੈਂ ਉਸ ਦਿਨ ਇਹਨਾਂ ਨੂੰ ਪ੍ਰੋਮਿਸ ਕੀਤਾ ਸੀ, ਮੈਂ ਕਿਹਾ ਚਲੋ ਅੱਜ ਮੈਂ ਤੁਹਾਨੂੰ ਵੀ ਪ੍ਰੋਮਿਸ ਕਰ ਰਿਹਾ ਤੇ ਮਹਾਰਾਜ ਅੱਗੇ ਵੀ ਅਰਦਾਸ ਕਰ ਰਿਹਾ ਕਿ ਮੈਂ ਕੇਸ਼ਾਂ ਦੀ ਬੇਅਦਬੀ ਹੁਣ ਨਹੀਂ ਕਰੂੰਗਾ, ਬਾਕੀ ਮਹਾਰਾਜ ਦੇ ਹੱਥ ਡੋਰ ਹੈ। ਉਦੋਂ ਕਿਉਂਕਿ ਮੈਂ ਇਹਨਾਂ ਨੂੰ ਇਹ ਵਾਅਦਾ ਨਹੀਂ ਕੀਤਾ ਸੀ ਕਿ ਆਪਾਂ ਅੰਮ੍ਰਿਤ ਛਕਣਾ ਹੈ, ਬਾਣਾ ਪਾਣਾ ਹੈ, ਇਹ ਆਪਾਂ ਮਹਾਰਾਜ ਤੇ ਛੱਡਤਾ ਸੀ। ਜੇ ਉਹ ਚਾਹਣਗੇ ਤੇ ਸਭ ਹੋਏਗਾ, ਆਪਾਂ ਬਾਣੀ ਪੜਾਂਗੇ, ਸਿਮਰਨ ਕਰਾਂਗੇ, ਨਾਮ ਨਾਲ ਜੁੜਾਂਗੇ, ਕਿਰਪਾ ਮਹਾਰਾਜ ਨੇ ਆਪੇ ਕਰ ਦੇਣੀ। ਅਕਸਰ ਦੇਖਿਆ ਜਾਂਦਾ ਕਿ ਜਿਹੜੀ ਸੋਸ਼ਲ ਮੀਡੀਆ ਦੀ ਚੱਕਾਚੌਂਧ ਦੀ ਦੁਨੀਆ ਹੈ, ਜਿਹਦੇ ਵਿੱਚ ਤੁਸੀਂ ਵਿਚਰ ਕੇ ਆਏ ਵੀ ਹੋ, ਤੁਸੀਂ ਆਪਣੇ ਟਰੈਕ ਵੀ ਕੱਢੇ ਹੈ, ਤੇ ਇੱਕਦਮ ਉਸ ਤੋਂ ਬੇਮੁਖ ਹੋ ਜਾਣਾ
ਤੇ ਮਤਲਬ ਲੱਗਣ ਲੱਗ ਜਾਣਾ ਕਿ ਸਭ ਝੂਠ ਹੈ, ਵੀ ਉਹ ਨਹੀਂ ਹੈ। ਇੱਕਦਮ ਟਰਾਂਸਫੋਰਮੇਸ਼ਨ ਆਈ ਆ ਹੌਲੀ 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 ਆਂਦੀ? ਹਾਂਜੀ ਵਾਹਿਗੁਰੂ ਜੀ, ਇਹ ਬੜਾ ਵਧੀਆ ਤੁਸੀਂ ਕੁਐਸਚਨ ਪੁੱਛਿਆ। ਇਹ ਸਾਡੇ ਦੇਖੋ ਜਿਹੜੇ ਐਕਸਪੀਰੀਅੰਸ ਨੇ ਆਪਾਂ ਸ਼ੇਅਰ ਕਰ ਦਿੰਨੇ ਆ। ਇਦਾਂ ਹੋਇਆ ਵਾਹਿਗੁਰੂ ਜੀ, ਕਹਿੰਦੇ ਆ ਨਾ ਉਹ ਸੱਚੀ ਲੱਗਦਾ ਹੁੰਦਾ ਸੀ ਕਿ ਅਸਲੀ ਆਹੀ ਹੈ ਸਭ ਕੁਝ, ਵੀ ਆਪਾਂ ਫੇਮਸ ਹੋ ਜਾਾਂਗੇ, ਸਾਨੂੰ ਦੁਨੀਆ ਜਾਣੇਗੀ। ਇਹ ਸੋਚ ਹੁੰਦੀ ਸੀ ਉਸ ਟਾਈਮ ਤੇ ਕਿ ਉਹ ਮਾਹੌਲ ਦੇਖਣਾ ਵੀ ਗਾਣੇ ਜਿਹੜੇ ਗਾਉਂਦੇ ਸਿੰਗਰ ਹੈ ਬੜੇ ਫੇਮਸ ਹੋ ਜਾਂਦੇ ਆ, ਦੁਨੀਆ ਇਹਨਾਂ ਮਗਰ ਲੱਗ ਜਾਂਦੀ ਹੈ। ਤੇ ਕੁਝ ਮਹਾਰਾਜ ਨੇ ਚਲੋ ਉਸ ਟਾਈਮ ਤੇ ਆਵਾਜ਼ ਇੱਦਾਂ ਬਖਸ਼ੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਵੀ ਇਸ ਰਾਹ ਤੇ ਚੱਲੂੰਗਾ ਤੇ ਸਭ ਕੁਝ ਮਿਲ ਜਾਏਗਾ। ਪਰ ਹੋਇਆ ਕਿ ਵਾਹਿਗੁਰੂ ਜੀ, ਜਦੋਂ ਮੈਂ ਉਸ ਰਾਹ ਤੇ ਚੱਲਦਾ, ਨੋ ਡਾਊਟ ਉਦੋਂ ਸਭ ਕੁਝ ਠੀਕ ਰਿਹਾ ਸੀ, ਚੰਗਾ ਰਿਹਾ ਸੀ। ਪਰ ਉਹ ਜੋ ਮੈਨੂੰ ਲੱਗ ਰਿਹਾ ਸੀ ਨਾ ਇੱਧਰੋਂ ਉੱਧਰ ਪਹੁੰਚ ਕੇ ਮੈਨੂੰ ਬੜੀ ਖੁਸ਼ੀ ਹੋਏਗੀ, ਉੱਥੇ ਪਹੁੰਚ ਕੇ ਮੈਨੂੰ ਖੁਸ਼ੀ ਨਹੀਂ ਹੋਈ। ਫਿਰ ਮੈਂ ਉਸ ਤੋਂ ਅੱਗੇ ਦੇਖਣ ਲੱਗ ਗਿਆ ਵੀ ਨਹੀਂ, ਇੱਥੋਂ ਨਹੀਂ ਉੱਧਰ ਜਾਊਂਗਾ ਬੜੀ ਖੁਸ਼ੀ ਹੋਏਗੀ। ਫਿਰ ਮੈਂ ਉੱਥੇ ਵੀ ਮਹਾਰਾਜ ਨੇ ਮੈਨੂੰ ਚੱਕ ਕੇ ਬਿਠਾਤਾ ਵੀ ਅੱਲਾ ਦੇਖ ਲੈ, ਜੇ ਤੈਨੂੰ ਖੁਸ਼ੀ ਮਿਲਦੀ ਹੈ ਤਾਂ ਠੀਕ ਹੈ। ਫਿਰ ਉਹਨਾਂ ਨੇ ਦੇਖਿਆ, ਸਮਝਾਇਆ ਵੀ ਤੂੰ ਕਿਤੇ ਨਹੀਂ ਰੱਜ ਸਕਦਾ, ਜਿੰਨਾ ਮਰਜ਼ੀ ਭੱਜ ਲੈ, ਐਂਡ ਮੌਤ ਵੀ ਆ ਜਾਊਗੀ ਨਾ, ਉਸ ਦਿਨ ਵੀ ਤੂੰ ਕਹੇਂਗਾ ਮੈਂ ਰੱਜਿਆ ਨਹੀਂ। ਫਿਰ ਮਹਾਰਾਜ ਨੇ ਸੋਚ ਵਿੱਚ ਕਹਿੰਦੇ ਨਾ ਸਮੱਤ ਬਖਸ਼ੀ। ਜਦੋਂ ਪਤਾ ਲੱਗਿਆ ਕਿ ਪੈਸਾ, ਗੱਡੀਆਂ, ਇਹ ਚੀਜ਼ਾਂ ਠੀਕ ਹੈ, ਇਹ ਵੀ ਮਿਲ ਜਾਣ ਤੇ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ, ਕਰਮਾਂ ਦੇ ਹਿਸਾਬ ਨਾਲ ਸਭ ਕੁਝ ਚੱਲ ਰਿਹਾ। ਪਰ ਇਹਨਾਂ 'ਚ ਡੁੱਬ ਜਾਣਾ ਇਹ ਬੜੀ ਗਲਤ ਗੱਲ ਹੈ। ਹੁਣ ਆਪਾਂ ਨੂੰ ਕੀ ਹੈ ਕਿ ਆਪਾਂ ਹਰ ਵੇਲੇ ਮਹਾਰਾਜ ਨੂੰ ਯਾਦ ਰੱਖਦੇ ਆ ਨਾ, ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਵਾਹਿਗੁਰੂ ਜੀ। ਆ ਗੱਲ ਹੈ ਵਾਹਿਗੁਰੂ। ਭੈਣੇ ਅਕਸਰ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਨਵੀਆਂ ਵਿਆਹੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਚਾਅ ਬੜਾ ਹੁੰਦਾ ਚੂੜਾ ਪਾਉਣ ਦਾ, ਜਾਂ ਨਵੇਂ ਸੂਟਾਂ ਦਾ, ਘੁੰਮਣ ਫਿਰਨ ਦਾ ਸ਼ੌਂਕ ਹੁੰਦਾ। ਤੁਸੀਂ ਇੱਕਦਮ ਆਪਣੇ ਆਪ 'ਚ ਚੇਂਜ ਲਿਆਂਦਾ ਕਿ ਤੁਹਾਨੂੰ ਉਹ ਚੀਜ਼ਾਂ ਦੀ ਕਮੀ ਮਹਿਸੂਸ ਨਹੀਂ ਹੋਈ ਕਦੀ? नहीं वाहिगुरु जी, नो डाउट कि जब शादी होनी थी हमारी तो मैंने भी बहुत ज़्यादा शॉपिंग की थी, बहुत ओवर शॉपिंग की थी जिसे कह सकते हैं। पर जब कहते हैं ना, जब मत बख्शते हैं ना पिताजी, तब आपको अपने पिताजी के अलावा और कुछ दिखाई नहीं देता। जब पिताजी ने वो दिन सामने लाए कि मेरे को सिर्फ गुरु ही नज़र आ रहे थे और उनकी जो विद्या वो जो दे रहे हैं वही समझ आ रही थी, बाकी सब मुझे ऐसे लग रहा था कि ठीक है, इतने साल इसी में ही रहे थे ना, इसी में रहे थे तो मन क्या रज गया? नहीं रजेगा कभी भी नहीं। तो क्यों ना हम जो गुरु जी समझा रहे हैं, क्यों ना एक बारी गुरु की बात तो मान के देखें, चल के तो देखें। औखा नहीं लग गया पैन? देखो वाहिगुरु जी, जब आपको पता हो ना कि आगे आपके गुरु बैठे हैं और वो आपको आवाज़ मार रहे हैं और कह रहे हैं कि आजा मेरे पास, मैं तुझे गले लगाऊंगा, तो औखा कैसे लगेगा वाहिगुरु जी? बिल्कुल भी नहीं लगेगा। ਜਦੋਂ ਤੁਸੀਂ ਸਟਾਰਟਿੰਗ ਕੀਤੀ ਦੋਵਾਂ ਜੀਆਂ ਨੇ, ਜਦੋਂ ਸਵੇਰੇ ਉੱਠ ਕੇ ਨਿਤਨੇਮ ਕਰਨਾ, ਬਾਣੀਆਂ ਆਪਣੀਆਂ ਪੜ੍ਹਨੀਆਂ, ਰਹਿਰਾਸ ਸਾਹਿਬ ਕਰਨਾ, ਸੋਹਿਲਾ ਸਾਹਿਬ ਪੜ੍ਹਨਾ, ਤੇ ਉਦੋਂ ਇੱਕਦਮ ਜਦੋਂ ਬੰਦੇ ਦੀ ਰੂਟੀਨ ਨਹੀਂ ਬਣੀ ਹੁੰਦੀ, ਕਿੰਨਾ ਕੁ ਔਖਾ ਲੱਗਿਆ ਸੀ? ਸੱਚੀ ਗੱਲ ਹੈ ਵਾਹਿਗੁਰੂ ਜੀ, ਇਹ ਇਦਾਂ ਹੋਇਆ ਸੀਗਾ ਕਿ ਜਿਸ ਦਿਨ ਮਹਾਰਾਜ ਨੇ ਸਮੱਤ ਬਖਸ਼ੀ ਕਿ ਆਪਾਂ ਇਹ ਡਿਸਾਈਡ ਕੀਤਾ ਤਾਂ ਆਪਾਂ ਨੇ, ਮਹਾਰਾਜ ਨੇ ਕਰਵਾਇਆ ਸੀਗਾ ਕਿ ਆਪਾਂ ਕੱਲ ਤੋਂ ਕੀ ਅੱਜ ਤੋਂ ਹੀ ਨਾਮ ਸਿਮਰਨ ਬਾਣੀ ਨਾਲ ਜੋੜਾਂਗੇ। ਉਦੋਂ ਦੇਖੋ ਮੈਂ ਵੀ ਕੋਈ ਪੱਕਾ ਬਾਣੀ ਪੜਨ ਵਾਲਾ ਨਹੀਂ ਸੀ, ਮੈਨੂੰ ਵੀ ਪਤਾ ਸੀ ਮੈਨੂੰ ਕੁਝ ਸਮਾਂ ਲੱਗੇਗਾ ਸਮਝਣ 'ਚ ਵੀ, ਵਿਚਾਰਨ 'ਚ ਵੀ, ਤੇ ਕਹਿੰਦੇ ਨਾ ਸਹੀ ਪੜਨ 'ਚ ਵੀ। ਜਿਵੇਂ ਸਾਨੂੰ ਸੰਥਿਆ ਹੋਣੀ ਬਹੁਤ ਜ਼ਰੂਰੀ ਹੈ, ਆਪਾਂ ਗਲਤ ਨਾ ਪੜੀਏ। ਤਾਂ ਆਪਾਂ ਦੋਨੋਂ ਬੈਠ ਕੇ ਸਭ ਤੋਂ ਪਹਿਲਾਂ ਜਦੋਂ ਨਾਮ ਸਿਮਰਨ ਕੀਤਾ, ਜਦੋਂ ਆਪਾਂ ਵਾਹਿਗੁਰੂ ਜਾਪ ਕਰਦੇ ਆ ਨਾ, ਵਾਹਿਗੁਰੂ ਜੀ ਕਲਯੁਗ ਦੇ ਵਿੱਚ ਮਹਾਰਾਜ ਨੇ ਉਹ ਨਾਮ ਸਾਨੂੰ ਐਵੇਂ ਹੀ ਨਹੀਂ ਬਖਸ਼ਿਆ, ਉਹਦੇ 'ਚ ਸਭ ਕੁਝ ਹੈ। ਜਦੋਂ ਜਿੱਦਾਂ ਆਪਾਂ ਜਪਦੇ ਆ, ਮਹਾਰਾਜ ਖੁਦ ਸਹਾਈ ਹੁੰਦੇ ਆ। ਫਿਰ ਉਹਨਾਂ ਨੂੰ ਪਤਾ ਹੁੰਦਾ ਮੇਰੇ ਬੱਚੇ ਨੇ ਅਗਲੇ ਕਦਮ ਤੇ ਕਿੱਦਾਂ ਚੜ੍ਹਨਾ, ਉਹ ਆਪ ਸਹਾਈ ਹੁੰਦੇ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਗੁਰਮੁਖਾਂ ਦੇ ਸਾਨੂੰ ਰਾਹ ਵੀ ਪਾਉਂਦੇ ਰਹੇ। ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਤ ਸਾਨੂੰ ਮਿਲੇ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿੱਦਾਂ ਚੱਲਣਾ, ਕਿਉਂਕਿ ਹੋ ਸਕਦਾ ਸਾਨੂੰ ਨਹੀਂ ਪਤਾ ਲੱਗ ਰਿਹਾ ਸੀਗਾ, ਕਿਸੇ ਨੂੰ ਵੀ ਨਹੀਂ ਪਹਿਲਾਂ ਸ਼ੁਰੂ 'ਚ ਪਤਾ ਹੁੰਦਾ। ਇਹ ਤਾਂ ਆਏ ਹਰਿਆਣੇ ਤੋਂ ਨੇ, ਇਹਨਾਂ ਨੂੰ ਤਾਂ ਇਸ ਚੀਜ਼ ਦੀ ਕਹਿ ਲਓ ਵੀ ਬਿਲਕੁਲ ਨੌਲੇਜ ਨਹੀਂ ਸੀ। ਪਰ ਅੱਜ ਮੈਂ ਇਹਨਾਂ ਨੂੰ ਦੇਖ ਕੇ ਇੰਨਾ ਖੁਸ਼ ਹੁੰਦਾ ਕਿ ਇਹਨਾਂ ਦਾ ਜਿਹੜਾ ਮਹਾਰਾਜ ਨਾਲ ਪਿਆਰ ਹੈ, ਜਿਹੜਾ ਗੁਰੂ ਸਾਹਿਬ ਲਈ ਅਟੁੱਟ ਪਿਆਰ ਹੈ, ਵਿਸ਼ਵਾਸ ਹੈ, ਸਭ ਤੋਂ ਵੱਡੀ ਗੱਲ, ਉਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਤੇ ਬਾਕੀ ਠੀਕ ਹੈ, ਮਹਾਰਾਜ ਨੇ ਆਪ ਸਹਾਈ ਹੋ ਕੇ ਕਰਾਇਆ, ਸਾਨੂੰ ਕੋਈ ਦਿੱਕਤ ਨਹੀਂ ਆਈ, ਕਦੀ ਇਹ ਵੀ ਨਹੀਂ ਹੋਇਆ ਕਿ ਕੋਈ ਟਾਈਮ ਲੱਗ ਰਿਹਾ ਸਾਨੂੰ, ਨਹੀਂ। ਮਹਾਰਾਜ ਤੁਹਾਨੂੰ ਕਿੰਨਾ ਔਖਾ ਲੱਗਿਆ ਸੀ? मैं बताती वाहिगुरु जी, जब वो बात हुई थी कि हाँ अब हमने बेद भी नहीं करनी अपने केशव की, ठीक है वाहिगुरु जी, तब पिताजी खुद सहाय हुए। वो हमें खुद ही बताते थे कि इतने बजे उठना है। जैसे उसमें मदद की ज्ञानी मस्कीन जी ने, ज्ञानी शेर सिंह जी ने, ਇੱਕ ਸੰਤ ਸਾਡੇ ਲਈ ਨੇ ਸਿਮਰਨਜੀਤ ਸਿੰਘ ਜੀ ਟੋਹਾਨਾ ਜੀ, ਉਹਨਾਂ ਨੇ ਵੀ ਸਾਨੂੰ ਹਰਿਆਣੇ ਤੋਂ ਨੇ ਬਹੁਤ ਸਮਝਾਇਆ। हम तो उन्हें हरि जी ही कहते हैं। अगर गुरु साहब जी ने ये संत महापुरुष नहीं भेजे होते ना वाहिगुरु जी, तो हम जैसे पापी में डूब जाते। तो तब इन संतों के, इन महापुरुषों की मदद से ही हमने नाम सिमरन स्टार्ट किया अपना।
तो अमृत वेला उठ के पाठ करना स्टार्ट किया। तो पिताजी ने 1 साल पहले ही ना मर्यादा सिखा दी थी कि कैसे चलना है लाइफ में, कैसे क्या चीज़ कितना कैसे पाठ करना है, आपको बंदगी करनी है सबसे मेन। ये पिताजी ने बहुत पहले ही सिखा दिया था। फिर उसके फिर उसके बाद हजूर साहिब बुलाया पिताजी ने, फिर वहाँ पर ये कृपा कर दी भाई। ਬਹੁਤ ਭਾਗਾ ਵਾਲੇ ਹੋ ਤੁਸੀਂ ਦੋਵੇਂ ਜੀ। ਪਹਿਲੀ ਗੱਲ ਤਾਂ ਅਕਸਰ ਸਾਰਿਆਂ ਨੂੰ ਹੁਣ ਦੇਖਣ ਨੂੰ ਮਿਲ ਰਿਹਾ ਕਿ ਸੋਸ਼ਲ ਮੀਡੀਆ ਤੇ ਤੁਹਾਡੀ ਸਾਰੀ ਹਿਸਟਰੀ ਆਲਮੋਸਟ ਸਾਰਿਆਂ ਤੱਕ ਪਹੁੰਚ ਚੁੱਕੀ ਹੈ। ਅਸੀਂ ਇੰਨਾ ਖਾਸ ਡੂੰਘਾ ਨਹੀਂ ਜਾਵਾਂਗੇ, ਅਸੀਂ ਜਿਹੜੀ ਗੱਲਾਂ ਨਹੀਂ ਰੂਬਰੂ ਹੋਈਆਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹੀ ਪਹੁੰਚਣ। ਇੱਕ ਵੀਰ ਜੀ ਮੈਂ ਇਹ ਵੀ ਪੁੱਛਣਾ ਚਾਹੂੰਗੀ ਕਿ ਅਕਸਰ ਜਿਹੜੇ ਲੋਕ ਨੇ ਕਈਆਂ ਦੇ ਵਿੱਚ ਰਿਊਮਰ ਹੁੰਦਾ ਨਿਹੰਗ ਸਿੰਘ ਬੜੇ ਅੜਬ ਹੁੰਦੇ ਨੇ ਜੀ, ਉਹ ਤਾਂ ਜੀ ਗਾਟਾ ਲਾਉਂਦੇ ਨੇ, ਸਿਰ ਫਿਰੇ ਹੁੰਦੇ ਨੇ, ਵੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਵਾਹਿਗੁਰੂ ਜੀ, ਇੱਕ ਗੱਲ ਸਹੀ ਹੈ, ਅੜਬ ਹੁੰਦੇ ਨੇ, ਹਾਂਜੀ ਗਾਟਾ ਵੀ ਲਾਂਦੇ ਨੇ, ਪਰ ਤੁਸੀਂ ਇਹ ਦੇਖੋ ਵਾਹਿਗੁਰੂ ਜੀ, ਹੁਣ ਆਪਾਂ ਬਾਣੇ ਚ ਆ, ਆਪਾਂ ਵੀ ਆਪਣੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਚ ਹੀ ਆ, ਆਪਾਂ ਕੋਈ ਅਲੱਗ ਨਹੀਂ ਆ। ਇਹ ਵੀ ਸਿੰਘਣੀ ਹੈ ਤੇ ਮੈਂ ਵੀ ਮਹਾਰਾਜ ਦੀ ਕਿਰਪਾ ਨਾਲ ਆਪਾਂ ਨਿਹੰਗ ਜੋੜਾ ਦੇ ਨਾਮ ਤੋਂ ਹੀ ਮਸ਼ਹੂਰ ਹੋਏ ਆ। ਸਾਨੂੰ ਕਈ ਬਾਹਰ ਕਹਿੰਦੇ ਨਿਹੰਗ ਕਪਲ, ਜਿਹੜੇ NRI ਭੈਣ ਭਰਾ ਨੇ ਨਾ, ਉਹਨਾਂ ਨੇ ਸਾਡਾ ਨਾਮ ਸੇਵ ਕੀਤਾ ਨਿਹੰਗ ਕਪਲ, ਤੇ ਇੱਥੇ ਸਾਨੂੰ ਕਹਿ ਦਿੰਦੇ ਨਿਹੰਗ ਜੋੜਾ। ਹੁਣ ਤੁਸੀਂ ਇਹ ਦੇਖੋ ਵਾਹਿਗੁਰੂ ਜੀ, ਆਪਾਂ ਉਹਨਾਂ ਚ ਵਿਚਰੇ ਆ, ਆਪਾਂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਤੋਂ ਹੀ ਬੜਾ ਕੁਝ ਸਿੱਖਿਆ। ਉਹਨਾਂ ਦਾ ਜਿਹੜਾ ਪਿਆਰ ਹੈ ਨਾ ਵਾਹਿਗੁਰੂ ਜੀ, ਉਹ ਵੀ ਬਹੁਤ ਜ਼ਿਆਦਾ ਹੈ। ਤੇ ਜੇ ਕੋਈ ਗਲਤ ਕਰਦਾ ਹੈ ਤਾਂ ਉਹਨਾਂ ਦੇ ਵਿੱਚ ਫਿਰ ਉਹ ਮਹਾਰਾਜ ਲਈ ਪਿਆਰ ਹੈ, ਤਾਂ ਕਰਕੇ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ। ਹੁਣ ਅੱਜ ਆਪਾਂ ਮਹਾਰਾਜ ਨਾਲ ਪਿਆਰ ਕਰਦੇ ਹਾਂ, ਕੋਈ ਮੰਨ ਲਓ ਅਗਰ ਮਹਾਰਾਜ ਤੇ ਵਿਸ਼ਵਾਸ ਨਹੀਂ ਹੈ ਕਿਸੇ ਦਾ ਤਾਂ ਸਾਨੂੰ ਕੋਈ ਪ੍ਰੋਬਲਮ ਥੋੜੀ ਹੈ, ਪਰ ਅਗਰ ਉਹਦਾ ਵਿਸ਼ਵਾਸ ਨਹੀਂ, ਮਾੜਾ ਵੀ ਨਾ ਬੋਲੇ, ਕੋਈ ਮਾੜੀ ਹਰਕਤ ਵੀ ਨਾ ਕਰੇ, ਜੇ ਕੋਈ ਬੇਅਦਬੀ ਕਰ ਰਿਹਾ ਜਾਂ ਕੋਈ ਸਾਡੇ ਕਹਿੰਦੋ ਸਾਡਾ ਮਤਲਬ ਕਹਿੰਦੇ ਬਾਪੂ ਸ਼੍ਰੀ ਨੇ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਸਭ ਕੁਝ ਨੇ, ਉਹ ਇਸ ਦੁਨੀਆ ਦੇ ਮਾਲਕ ਨੇ, ਆਪਾਂ ਉਹਨਾਂ ਨੂੰ ਆਪਣਾ ਪਿਓ ਮੰਨਦੇ ਆ। ਜੇ ਮੰਨ ਲਓ ਕੋਈ ਉਹਦੇ ਬਾਰੇ ਗਲਤ ਕਹਿ ਰਿਹਾ ਜਾਂ ਕੋਈ ਉਹਦੇ ਬਾਰੇ ਕੁਝ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਫਿਰ ਸਟੈਪ ਲੈਣਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਜੇ ਅੱਜ ਸਾਡੇ ਘਰੇ ਮਾਂ-ਬਾਪ ਬੈਠੇ ਹੈ, ਉਹਨਾਂ ਨੂੰ ਪਤਾ ਹੈ ਸਾਡੇ ਬੱਚੇ ਜਵਾਨ ਹੈ, ਜੇ ਕੋਈ ਔਖਾ ਸਮਾਂ ਆਏਗਾ ਸਾਡਾ ਸਾਥ ਦੇਣਗੇ। ਹੁਣ ਮੰਨ ਲਓ ਅੱਜ ਕੋਈ ਸਾਡੇ ਘਰੇ ਆ ਕੇ ਸਾਡੇ ਮਾਪਿਓ ਨੂੰ ਕੁਝ ਗਲਤ ਕਹਿ ਦੇਗਾ, ਠੀਕ ਹੈ, ਆਪਾਂ ਪਹਿਲਾਂ ਇੱਕ ਵਾਰੀ ਪਿਆਰ ਨਾਲ ਜ਼ਰੂਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਜੇ ਉਹ ਨਹੀਂ ਸਮਝਦਾ, ਜਾਣ ਕੇ ਕਰਨਾ ਹੀ ਇਹੀ ਕੰਮ ਹੈ, ਤਾਂ ਫਿਰ ਮਹਾਰਾਜ ਨੇ ਸਾਨੂੰ ਇਹ ਬਖਸ਼ੇ ਹੀ ਇਸ ਕਰਕੇ ਸੀ, ਜਿੱਥੇ ਗਲਤ ਹੋਏਗਾ ਇਹ ਤੁਸੀਂ ਉਦੋਂ ਵਰਤਨੇ। ਕੋਈ ਆਮ ਆਪਣੀ पर्सनल किसी नाल इशू होवे तो फिर उत्थे आपां नहीं ये वरत सकते। बिल्कुल कि वाहिगुरु जी क्या होता है कि अब जैसे अब हमारे लिविंग गुरु हैं गुरु ग्रंथ साहिब जी, वो लिविंग गुरु। अब हमारे गुरु के पास जाके कोई, मैं चलो गुरु की तो बहुत दूर की बात है, मैं एक बात करती हूँ, चलो नॉर्मली घर, ठीक है, हमारे घर आया कोई, ठीक है, और वो हमारे माँ बाप पे हाथ मारने लग जाए तो हम खड़े देखेंगे? बिल्कुल। हर किसी का खून उबाला मारेगा उस टाइम पे कि तूने मेरे माँ बाप पे हाथ कैसे उठाया, थप्पड़ मारेंगे ना उससे। तो ये खालसा उस अकाल पुरख की फौज है वाहिगुरु जी। ये कहते हैं ना, पाप का नाश करने के लिए प्रकट हुई है खालसा फौज, ठीक है ना वाहिगुरु जी। तो देखो हर किसी की अपनी सोच है, हम किसी की सोच को नहीं कह सकते बुरा अच्छा कुछ, ठीक है, उनकी सोच है। ਇੱਕ ਗੱਲ ਹੋ ਰਿਹਾ ਵਾਹਿਗੁਰੂ ਜੀ, ਅਗਰ ਕਿਸੇ ਦੀ ਇਹ ਸੋਚ ਹੈ, ਜਿਵੇਂ ਮੰਨ ਲਓ ਕਿ ਪਹਿਲਾਂ ਆਪਾਂ ਇਸ ਬਾਣੇ 'ਚ ਨਹੀਂ ਸੀ, ਪਰ ਸਾਨੂੰ ਇੰਨਾ ਉਹਨਾਂ ਬਾਰੇ ਪਤਾ ਵੀ ਨਹੀਂ ਸੀ, ਪਰ ਸਾਨੂੰ ਇੰਨਾ ਜ਼ਰੂਰ ਪਤਾ ਸੀ ਕਿ ਉਹ ਮਹਾਰਾਜ ਦੀ ਆਪਣੀਆਂ ਫੌਜਾਂ ਨੇ ਤੇ ਉਹ ਬੜੀ ਭਗਤੀ ਕਰਦੇ ਵਾਹਿਗੁਰੂ ਜੀ, ਉਹਨਾਂ ਦੀ ਬੰਦਗੀ ਬਹੁਤ ਜ਼ਿਆਦਾ ਹੈ। ਕਹਿਣ ਵਾਲੇ ਕਹਿ ਦਿੰਦੇ ਜੀ ਇਹ ਭੰਗ ਪੀਂਦੇ ਹੈ, ਕੋਈ ਕਹਿ ਦਿੰਦਾ ਬੱਕਰੇ ਝਟਕਾਉਂਦੇ ਹੈ, ਉਹ ਮਹਾਰਾਜ ਦੀਆਂ ਫੌਜਾਂ ਨੇ, ਮਹਾਰਾਜ ਦੇ ਹੁਕਮ 'ਚ ਨੇ। ਜੇ ਉਹ ਕੁਝ ਵੀ ਕਰ ਰਹੇ ਹੈ ਤਾਂ ਮਹਾਰਾਜ ਜਦੋਂ ਆਪ ਗੁਰੂ ਗੋਬਿੰਦ ਸਿੰਘ ਜੀ ਸੀਗੇ, ਉਹਨਾਂ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਫੌਜਾਂ ਸੀ, ਜਿਹੜੇ ਸਿੰਘ ਸੀਗੇ, ਉਹਨਾਂ ਨੂੰ ਐਸੀ ਹੀ ਰਹਿਤ ਮਰਿਆਦਾ ਦਿੱਤੀ ਹੋਈ ਹੈ, ਕਿਉਂਕਿ ਫੌਜਾਂ ਦਾ ਕੰਮ ਸਾਡੇ ਵਰਗਾ ਨਹੀਂ ਹੋ ਸਕਦਾ। ਆਪਾਂ ਦੁਨਿਆਵੀ ਲੋਕ ਹਾਂ, ਆਪਣੀ ਰੂਟੀਨ ਕੁਛ ਹੋਰ ਹੋ ਸਕਦੀ ਹੈ, ਸਾਡਾ ਖਾਣ ਪੀਣ ਕੁਛ ਹੋਰ ਹੋ ਸਕਦਾ, ਕਿਉਂਕਿ ਉਹ ਘੋੜਿਆਂ ਦੀ ਕਾਠੀਆਂ ਤੇ ਸੌਣ ਵਾਲੇ ਨੇ। ਉਹਨਾਂ ਦਾ ਜਦੋਂ ਦੇਖੋ ਅੱਜ ਕੋਈ ਅਗਰ ਮਾੜਾ ਸਮਾਂ ਆ ਜਾਏਗਾ, ਸਭ ਤੋਂ ਪਹਿਲਾਂ ਅੱਗੇ ਉਹ ਲੱਗਦੇ ਆ, ਤੇ ਉਹ ਫੌਜ ਦਾ ਕੰਮ ਹੀ ਇਹੀ ਹੁੰਦਾ ਵਾਹਿਗੁਰੂ ਜੀ। ਤੇ ਬਾਕੀ ਜਿਹੜੇ ਇਹ ਕਹਿੰਦੇ ਕਿ ਅਗਰ ਉਹ ਕੁਝ ਗਲਤ ਨੇ ਜਾਂ ਉਹਨਾਂ 'ਚ ਉਹਨਾਂ ਨੂੰ ਕੁਝ ਗਲਤ ਨਜ਼ਰ ਆਉਂਦਾ, ਤਾਂ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵਾਹਿਗੁਰੂ ਜੀ, ਤੁਸੀਂ ਉਹਨਾਂ 'ਚ ਜਾ ਕੇ ਵਿਚਰੋ, 2 ਦਿਨ 'ਚ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਨਿਹੰਗ ਸਿੰਘ ਕੌਣ ਹੁੰਦੇ ਆ। ਬਿਲਕੁਲ। ਇੱਕ ਵੀਰ ਜੀ ਮੈਂ ਥੋੜਾ ਟਾਈਮ ਪਹਿਲੇ ਇੱਕ ਵੀਡੀਓ ਦੇਖੀ ਸੀ, ਉਹਦੇ 'ਚ ਦੱਸਿਆ ਗਿਆ ਸੀ ਕਿ ਸਿਰ ਤੇ ਦਸਤਾਰ ਸਜਾ ਕੇ ਬਾਹਰ ਵਿਚਰੋ ਇੱਕ ਦਿਨ, ਤੇ ਉਹਦੇ ਨਾਲ ਹੀ ਬੜਾ ਪ੍ਰਭਾਵ ਪੈ ਜਾਂਦਾ ਹੈ ਸੋਚ ਦੇ ਵਿੱਚ, ਤੇ ਨਿਹੰਗ ਬਾਣੇ ਦੇ ਵਿੱਚ ਆਉਣਾ ਤਾਂ ਬਹੁਤ ਵੱਡੀ ਗੱਲ ਹੈ। ਜੀ ਜੀ ਵਾਹਿਗੁਰੂ ਜੀ, ਬਿਲਕੁਲ। ਤੁਸੀਂ ਇਹ ਦੇਖੋ ਕਿ ਜਦੋਂ ਮੈਂ ਪਹਿਲਾਂ ਕਟਿੰਗ 'ਚ ਰਿਹਾ, ਠੀਕ ਹੈ ਵਾਹਿਗੁਰੂ ਜੀ, ਆਪਾਂ ਜਿੰਨਾ ਵਿਆਹ ਤੋਂ ਬਾਅਦ ਵੀ ਤੇ ਵਿਆਹ ਤੋਂ ਪਹਿਲਾਂ ਵੀ ਅਗਰ ਕਿਤੇ ਗਏ ਆ ਤਾਂ ਸਾਨੂੰ ਪਤਾ ਹੈ ਕਿ ਕਿੱਦਾਂ ਲੋਕਾਂ ਦਾ ਵਿਊ ਪੁਆਇੰਟ ਕੀ ਹੁੰਦਾ, ਉਹਦੇ 'ਚ ਲੋਕੀ ਕੀ ਦੇਖਦੇ ਆ, ਕਿਉਂਕਿ ਆਪਾਂ ਉਹਨਾਂ ਵਰਗੇ ਹੀ ਹੁੰਨੇ ਉਸ ਟਾਈਮ ਤੇ। ਤੇ ਉਹ ਕਹਿਣਗੇ ਹਾਂਜੀ ਇੰਗਲਿਸ਼ ਬੋਲ ਰਿਹਾ, ਇਹ ਬੜਾ ਅਪਡੇਟਿਡ ਹੈ, ਇਹ ਇੱਦਾਂ ਕਰ ਰਿਹਾ, ਇਹਦੇ ਕੱਪੜੇ ਬੜੇ ਵਧੀਆ, ਬੜਾ ਅਪਡੇਟਿਡ ਹੈ। ਬਟ ਅਸਲ ਕਹਾਣੀ ਕਦੋਂ ਪਤਾ ਲੱਗਦੀ ਤੁਹਾਨੂੰ, ਜਦੋਂ ਗੁਰੂ ਦਾ ਦਿੱਤਾ ਬਖਸ਼ਿਆ ਬਾਣਾ ਪਾਉਂਦੇ ਆਪਾਂ, ਫਿਰ ਇੰਗਲਿਸ਼ ਤੇ ਭਾਸ਼ਾਵਾਂ ਨਾਲ ਕੁਝ ਲੈਣਾ ਦੇਣਾ ਨਹੀਂ ਰਹਿ ਜਾਂਦਾ।
ਆਪਾਂ ਉਹ ਫਿਰ ਕਈਆਂ ਦੀ ਨਜ਼ਰ ਕਿੱਦਾਂ ਹੁੰਦੀ, ਕਈਆਂ ਦੀ ਕਿੱਦਾਂ, ਪਰ ਤੁਸੀਂ ਇਹ ਦੇਖੋ ਜਿਹੜੀ ਇਹਦੀ ਰਿਸਪੈਕਟ ਹੈ ਨਾ, ਜਦੋਂ ਆਪਾਂ ਬਾਣੇ 'ਚ ਹੁੰਦੇ ਹਾਂ ਸਾਨੂੰ ਆਪ ਫੀਲ ਹੁੰਦਾ ਹੈ ਕਿ ਮਹਾਰਾਜ ਦਾ ਬਾਣਾ ਨਾ ਸਾਹਮਣੇ ਜੇ ਕੋਈ ਪਾਪ ਕਰਨ ਲਈ ਵੀ ਆ ਰਿਹਾ ਨਾ, ਉਹਦੀ ਵੀ ਇੱਕ ਵਾਰੀ ਸੋਚ ਬਦਲ ਜਾਂਦੀ ਵਾਹਿਗੁਰੂ ਜੀ, ਉਹ ਵੀ ਮੁੜ ਜੂਗਾ ਤੇ ਸਹੀ ਰਾਹ ਪੈ ਕੇ ਮੁੜੂਗਾ, ਉਹਨੂੰ ਪਤਾ ਲੱਗ ਜੂਗਾ। ਉਹ ਸ਼ਾਇਦ ਮਹਾਰਾਜ ਦਾ ਉਸ ਟਾਈਮ ਉਹਦੇ ਤੇ ਕਿਰਪਾ ਹੀ ਕਰਨੀ ਹੁੰਦੀ ਹੈ। ਜਦੋਂ ਕੋਈ ਪਾਪ ਕਰਨ ਆ ਰਿਹਾ ਉਹਦੇ ਸਾਹਮਣੇ ਕੋਈ ਬਾਣੇ 'ਚ ਆ ਗਿਆ ਜਾਂ ਕੋਈ ਗੁਰੂ ਦਾ ਸਿੱਖ ਆ ਗਿਆ, ਸਿੰਘ ਆ ਗਿਆ, ਨਾਮ ਜਪਣ ਵਾਲੀ ਕੋਈ ਰੂਹ ਆ ਗਈ, ਤੁਸੀਂ ਦੇਖੋ ਐਡੀ ਦੂਰੋਂ ਹੀ ਉਹਨੂੰ ਔਰਾ ਮਿਲ ਜਾਂਦਾ ਵੀ ਉਹ ਪਾਪ ਕਰਨੋਂ ਹੀ ਹਟ ਜਾਂਦਾ। ਏਦਾਂ ਵੀ ਬਹੁਤ ਹੈ ਵਾਹਿਗੁਰੂ ਜੀ। ਪਰ ਇੱਕ ਸਵਾਲ ਤੁਹਾਡੇ ਤੋਂ ਵੀ ਹੈ ਵੀ ਅਕਸਰ ਇਹ ਦੇਖਿਆ ਜਾਵੇ ਡਿਫਰੈਂਸਿਸ ਦੀ ਗੱਲ ਕੀਤੀ ਜਾਵੇ ਤੇ ਕਿਤੇ ਨਾ ਕਿਤੇ ਘਰ ਦੇ ਮੰਨਦੇ ਨਹੀਂ ਹੁੰਦੇ। ਆਪਾਂ ਖੈਰ ਉਸ ਟੌਪਿਕ ਤੇ ਨਹੀਂ ਜਾਂਦੇ, ਪਰ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਹਿੰਦੂ ਧਰਮ ਦੇ, ਵੀਰ ਜੀ ਸਿੱਖ ਧਰਮ ਤੋਂ ਸੀ, ਤੇ ਦੇਖਿਆ ਜਾਵੇ ਕਟਿੰਗਸ ਇਹਨਾਂ ਦੀ ਵੀ ਸੀਗੀ, ਤੁਸੀਂ ਵੀ ਮਤਲਬ ਪੱਕੇ ਸਨਾਤਨੀ ਸੀ। ਅੱਜ ਦੀ ਡੇਟ 'ਚ ਕਈ ਲੋਕ ਸਨਾਤਨ ਧਰਮ ਨੂੰ ਲੈ ਕੇ ਜਾਂ ਸਿੱਖ ਖਾਲਿਸਤਾਨ ਦੇ ਨਾਅਰੇ ਲਾ ਕੇ ਜਿਹੜੇ ਆਪ ਪੰਜਾਬੀ ਲੋਕਾਂ ਦੇ ਵਿੱਚ ਡਿਫਰੈਂਸਿਸ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇੰਨੇ ਡਿਫਰੈਂਸ ਹੋਣ ਦੇ ਬਾਵਜੂਦ ਵੀ ਜਦੋਂ ਅਸੀਂ ਇੱਕ ਹਾਂ कि ਤੁਸੀਂ नहीं हो सकते, ये मैसेज देना चाहते हैं? ये वाहिगुरु जी, ये तब होता है जब आप ना अपने गुरु के साथ जुड़े नहीं होते। कभी आपने देखा कि महादेव जी कई लड़ रहे हों किसी से धर्म को लेके? उस टाइम तो कोई धर्म ही नहीं था वाहिगुरु जी, मैं सच बताऊं, ठीक है। जितने भी अवतार आए हैं वो सबको यही सिखा के गए हैं कि प्रेम से रहो और उसका नाम जपो, इसलिए हमने यहाँ पर जन्म लिया। जो उस चीज़ को नहीं समझ पाते ना वाहिगुरु जी, वो ये भेदभाव करते हैं बहुत ज़्यादा, क्योंकि इनकी सोच मैली हो जाती है। ਬਾਕੀ ਵਾਹਿਗੁਰੂ ਜੀ ਜਿਹੜਾ ਖਾਲਿਸਤਾਨ ਦਾ ਨਾਮ ਲੈ ਕੇ ਕਿਹਾ ਜਾਂਦਾ ਹੈ ਕਿ ਇਹ ਸਾਨੂੰ ਵੀ ਜਿਵੇਂ ਬਾਣੇ ਚਾਂ ਤੇ ਕਈ ਵਾਰੀ ਕੋਈ ਬਾਹਰਲੇ ਹੁੰਦੇ ਆ ਉਹ ਕਹਿ ਦਿੰਦੇ ਆ ਕਿ ਤੁਸੀਂ ਤਾਂ ਖਾਲਿਸਤਾਨੀ ਹੋ, ਤੁਸੀਂ ਉਹਨਾਂ ਨੂੰ ਨਾ ਇਹ ਰੂਪ ਐ ਲੱਗਦਾ ਹੈ ਕਿ ਵੀ ਇਹ ਪਤਾ ਨਹੀਂ ਕੀ ਹੈ। ਵੀ ਜਿਨ੍ਹਾਂ ਨੇ ਜਿਹੜੇ ਸਿੰਘ ਸੱਜ ਗਏ ਨੇ ਔਰ ਸਿਰ ਤੇ ਦਸਤਾਰ ਹੈ ਤੇ ਉਹ ਖਾਲਿਸਤਾਨੀ ਹੀ ਹੋਣਗੇ। ਇਹ ਦੇਖੋ ਕੀ ਕਰਦੇ ਆ, ਅੱਜ ਬਾਣੇ ਵਾਲਿਆਂ ਨੂੰ ਕਹਿ ਦਿੰਦੇ ਆ, ਇੱਕ ਸਮਾਂ ਆਏਗਾ ਕਿਸੇ ਦੇ ਸਿਰ ਤੇ ਨਾਰਮਲ ਜਿਵੇਂ ਪੱਗ ਬੰਨੀ ਕੱਪੜੇ ਦੂਜੇ ਵੈਸਟ ਉਹਨੂੰ ਵੀ ਕਹਿ ਦੇਣਗੇ ਕਿਉਂਕਿ ਉਹਦੇ ਸਿਰ ਤੇ ਦਸਤਾਰ ਹੈ। ਤਾਂ ਇੱਕ ਟਾਈਮ ਜਿਹੜਾ ਸਿੱਖਾਂ ਦੇ ਹੱਕ 'ਚ ਵੀ ਖੜੇਗਾ ਉਹਨੂੰ ਵੀ ਕਹਿ ਦੇਣਗੇ। ਜਿਵੇਂ ਕਿ ਦਿੱਲੀ ਦਾ ਜਦੋਂ ਉਹ ਚੱਲਦਾ ਸੀਗਾ ਕਿਸਾਨਾਂ ਦਾ ਮੋਰਚਾ, ਉੱਥੇ ਦੇਖੋ ਹਰਿਆਣੇ ਵਾਲੇ ਵੀ ਸੀ, ਰਾਜਸਥਾਨ ਵਾਲੇ ਵੀ ਸੀ, ਸਾਰੇ ਸਟੇਟਸ, ਉਹਨਾਂ ਨੇ ਸਾਰਿਆਂ ਨੂੰ ਹੀ ਕਿਹਾ ਸੀ ਸਾਰੇ ਖਾਲਿਸਤਾਨੀ ਨੇ। ਤਾਂ ਇਹ ਇਹਨਾਂ ਦਾ ਨਾ ਇੱਕ ਪੋਲੀਟੀਕਲ ਵੇ ਹੈ ਕਿਸੇ ਨੂੰ ਮਤਲਬ ਕਿ ਕਿੱਦਾਂ ਬਦਨਾਮ ਕਰਨਾ ਜਾਂ ਕਿੱਦਾਂ ਇਹਨਾਂ ਨੂੰ ਆਪਸ 'ਚ ਲੜਵਾ ਕੇ ਰੱਖਣਾ। ਅਸਲ 'ਚ ਸਾਰੇ ਹੀ ਇੱਕ ਨੇ। ਹੁਣ ਜਿਵੇਂ ਸਾਨੂੰ ਹਿੰਦੂ ਭੈਣ ਭਰਾ ਬਹੁਤ ਜਾਣਦੇ ਨੇ, ਇੰਸਟਾਗ੍ਰਾਮ ਤੇ ਬਹੁਤ ਜੁੜੇ ਹੋਏ ਨੇ, ਉਹ ਸਾਡੀ ਇੰਨੀ ਰਿਸਪੈਕਟ ਕਰਦੇ ਆ, ਤਾਂ ਕਿਉਂ ਨਾ ਆਪਾਂ ਉਹਨਾਂ ਨੂੰ ਪਿਆਰ ਬਖਸ਼ੀਏ ਅੱਗੋਂ। ਆਪਾਂ ਜੇ ਉਹ ਸਾਨੂੰ ਮਾੜਾ ਜਿਹਾ ਪਿਆਰ ਬਖਸ਼ਦੇ ਸਾਡੇ ਦਿਲ 'ਚ ਉਹਨਾਂ ਲਈ ਡਬਲ ਪਿਆਰ ਆਉਂਦਾ ਜੀ। ਅੱਜ ਕੱਲ ਸਿੰਗਰ ਸ਼ੁਭਨੀਤ ਦੀ ਬਹੁਤ ਦੇਖਣ ਨੂੰ ਮਿਲ ਰਿਹਾ ਵਾਇਰਲ ਨਿਊਜ਼ ਕਿ ਉਹਨੇ ਇੱਕ ਸਮੇਂ ਤੇ ਜਦੋਂ ਅੰਮ੍ਰਿਤਪਾਲ ਦਾ ਦੌਰ ਸੀਗਾ ਉਸ ਵੇਲੇ ਉਸਨੇ ਇੱਕ ਪੋਸਟਰ ਕਿਸੇ ਦਾ ਰਿਲੀਜ਼ ਕੀਤਾ ਹੋਇਆ ਉਹਨੇ ਆਪਣੀ ਆਈਡੀ ਤੇ ਪਾ ਦਿੱਤਾ ਕਿ ਕਿਸੇ ਦੀ ਪੋਸਟਰ ਮਤਲਬ ਪੋਸਟ ਕਰਨ ਦੀ ਮਨਸ਼ਾ ਨੂੰ ਗਲਤ ਤਰੀਕੇ ਅਗਰ ਜੱਜ ਕੀਤਾ ਗਿਆ ਉਹਨੂੰ ਤੇ ਲੱਗਦਾ ਕਿ ਉਹਨੇ ਖਾਲਿਸਤਾਨ ਦਾ ਸਮਰਥਨ ਕੀਤਾ ਕਿਤੇ ਵੀ। ਹਾਲਾਂਕਿ ਸ਼ੁਭ ਨੇ ਇਹ ਨਹੀਂ ਬੋਲਿਆ ਕਿ ਮੈਂ ਖਾਲਿਸਤਾਨ ਦਾ ਸਮਰਥਨ ਕਰਦਾ, ਪਰ ਜਿਵੇਂ ਕਹਿੰਦੇ ਨੇ ਸ਼ਾਈਨਿੰਗ ਸਟਾਰ ਆ ਉਹ ਤੋਂ ਸਿਰ ਤੇ ਦਸਤਾਰ ਹੈ, ਉਹਨੂੰ ਖਾਲਿਸਤਾਨ ਦਾ ਨਾਮ ਨਾਲ ਨਵਾਜਿਆ ਜਾ ਰਿਹਾ। ਅਸਲ 'ਚ ਵਾਹਿਗੁਰੂ ਜੀ ਤੁਸੀਂ ਦੇਖਿਆ ਹੋਏਗਾ, ਆਪਾਂ ਪਹਿਲਾਂ ਗੱਲ ਸ਼ੁਰੂ ਕਰਦੇ ਸਿੱਧੂ ਮੂਸੇਵਾਲਾ ਪਹਿਲਾਂ ਸੀਗੇ ਵੀਰ, ਉਹ ਬਹੁਤ ਸੋਹਣੇ ਗਾਣੇ ਕਰ ਰਹੇ ਸੀ, ਚਲੋ ਸਾਰਿਆਂ ਨੂੰ ਪਸੰਦ ਸੀ, ਠੀਕ ਹੈ। ਹੁਣ ਉਹਨਾਂ ਨੇ ਜਦੋਂ ਕਹਿੰਦੇ ਨਾ ਜਦੋਂ ਇਸ ਦੁਨੀਆ ਤੋਂ ਗਏ ਆ ਉਸ ਤੋਂ ਪਹਿਲਾਂ ਜਿਹੜੇ ਵੀ ਉਹਨਾਂ ਨੇ ਗਾਣੇ ਕੱਢੇ ਉਹਨਾਂ ਨੇ ਤਕਰੀਬਨ ਸਿੱਖ ਇਤਿਹਾਸ ਨੂੰ ਲੈ ਕੇ ਜੁੜਦੇ ਹੋਏ ਗਾਣੇ ਕੱਢੇ, ਉਹ ਪ੍ਰਭਾਵ ਬੜਾ ਪਿਆ। ਸਰਕਾਰਾਂ ਨੂੰ ਇਹ ਚੀਜ਼ ਜਦੋਂ ਨਜ਼ਰ ਆ ਜਾਂਦੀ ਹੈ ਨਾ ਵੀ ਕੋਈ ਇਹਨਾਂ ਨੂੰ ਜੋੜ ਰਿਹਾ, ਇਹਨਾਂ ਨੂੰ ਸਿੱਖ ਇਤਿਹਾਸ ਨਾਲ ਜਾਣੂ ਕਰਾ ਰਿਹਾ, ਤਾਂ ਉਹ ਟਾਰਗੇਟ ਤੇ ਹੋ ਜਾਂਦੇ ਆ। ਹੁਣ ਦੂਜੀ ਗੱਲ ਆ ਗਈ, ਤੁਸੀਂ ਸ਼ੁਭ ਜਿਹੜੇ ਸਿੰਗਰ ਆ ਉਹਨਾਂ ਦੀ ਗੱਲ ਕੀਤੀ, ਬਹੁਤ ਸੋਹਣਾ ਉਹ ਆਪਣਾ ਪ੍ਰੋਫੈਸ਼ਨ ਆਪਣੇ ਹਿਸਾਬ ਨਾਲ ਬਹੁਤ ਸੋਹਣਾ ਕਰ ਰਿਹਾ। ਉਹਨੇ ਹਜੇ ਤੱਕ ਕੋਈ ਇੱਦਾਂ ਦੇ ਗਾਣੇ ਨਹੀਂ ਕੀਤੇ, ਵੈਸੇ ਤਾਂ ਆਪਾਂ ਗਾਣੇ ਨਹੀਂ ਦੇਖਦੇ ਬਟ ਸਾਹਮਣੇ ਆਈ ਜਾਂਦੀਆਂ ਹੁੰਦੀਆਂ ਚੀਜ਼ਾਂ ਵੀ ਉਹਨਾਂ ਨੇ ਕੋਈ ਗਲਤ ਵੇ 'ਚ ਕੋਈ ਗਾਣਾ ਕੀਤਾ ਹੋਵੇ ਜਾਂ ਕੋਈ ਕਹਿੰਦੇ ਨਾ ਗਲਤ ਸੀਨ ਗਾਣੇ 'ਚ ਦਿਖਾਏ ਉਹਨੇ। ਤਾਂ ਮੂਸੇਵਾਲਾ ਤੋਂ ਬਾਅਦ ਪਹਿਲਾ ਦਸਤਾਰਧਾਰੀ ਉਹ ਵੀ ਇੰਨੀ ਛੋਟੀ ਉਮਰ ਦਾ ਜਿਹਦਾ ਬਿਲਬੋਰਡ ਤੇ ਨਾਮ ਆਇਆ। ਜੀ। ਹੁਣ ਗੱਲ ਆ ਜਾਂਦੀ ਹੈ ਜਦੋਂ ਉਹਨਾਂ ਦਾ ਦੇਖੋ ਕੈਨੇਡਾ 'ਚੋਂ ਰਹਿੰਦਾ, ਠੀਕ ਹੈ, ਭਰਾ ਹੀ ਹੈ ਸਾਡਾ, ਪੰਜਾਬ ਦਾ ਮੁੰਡਾ ਹੈ ਨਾ, ਤੇ ਉਹ ਹੁਣ ਆਪਣਾ ਇੰਡੀਆ ਆਪਣੀ ਜਿਹਨੂੰ ਇਹ ਕਹਿੰਦੇ ਕਿ ਸਾਡਾ ਸਾਰਿਆਂ ਦਾ ਦੇਸ਼ ਹੈ ਇੱਥੇ ਸ਼ੋਅ ਕਰਨ ਆ ਰਿਹਾ ਸੀਗਾ। ਉਹਨੇ ਜਿਹੜਾ ਮੈਪ ਆਪਣਾ ਸ਼ੋਅ ਕੀਤਾ ਸੀਗਾ ਜਦੋਂ ਉਹਨੇ ਪੋਸਟ ਪਾਈ ਸੀਗੀ, ਉਹਦੇ 'ਚ ਨਾ ਉਹਨੇ ਕਿਤੇ ਕੁਝ ਲਿਖਿਆ, ਕੁਝ ਵੀ ਮੈਂਸ਼ਨ, ਉਹਨੇ ਇਹ ਲਿਖਿਆ ਸੀ ਪ੍ਰੇ ਫੋਰ ਪੰਜਾਬ। ਉਹ ਉਹਨੇ ਤਾਂ ਲਿਖਿਆ ਸੀ, ਉਹਨੇ ਕਿਹਾ ਸੀਗਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਲਾ ਦੌਰ ਚੱਲ ਰਿਹਾ ਸੀ ਉਸ ਸਮੇਂ ਦੇ ਵਿੱਚ ਉਹਨੇ ਇਹ ਕਿਹਾ ਸੀ ਕਿ ਇੱਥੇ ਕੋਈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਹਦੇ ਕਹਿਣ ਦਾ ਮਤਲਬ ਸੀ ਵੀ ਦੇਖੋ ਇੱਥੇ ਇੰਟਰਨੈਟ ਵੀ ਬੰਦ ਹੋ ਗਿਆ, ਇੱਥੇ ਸਭ ਕੁਝ ਰੁਕ ਗਿਆ ਇੱਕ ਵਾਰੀ, ਵੀ ਇੱਕ ਇਨਸਾਨ ਦੇ ਮਗਰ ਇੰਨਾ ਪੈ ਕੇ ਇੰਨੀਆਂ ਆਰਮੀ ਸਭ ਕੁਝ ਲਾ ਕੇ ਉਹਨੂੰ ਫੜਨ ਲਈ, ਠੀਕ ਹੈ, ਜਦ ਕਿ ਉਹ ਜੋ ਕਰ ਰਹੇ ਸੀ ਉਹ ਸਭ ਨੂੰ ਪਤਾ ਹੈ, ਉਹ ਪ੍ਰਚਾਰ ਕਰ ਰਹੇ ਸੀ।
ਕੁਝ ਗਲਤ ਨਹੀਂ ਉਹਨਾਂ ਨੇ ਕਦੀ ਕਿਹਾ। ਲੱਗਦਾ ਨਹੀਂ ਕਿਤੇ ਨਾ ਕਿਤੇ ਉਸ ਦੀ ਇੱਕ ਇਹ ਮਨਸ਼ਾ ਨੂੰ ਇੰਟੈਂਸ਼ਨ ਨੂੰ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਹਾਂਜੀ ਗਿਆ। ਹਾਂਜੀ, ਉਹਨੂੰ ਬਸ ਇੱਥੋਂ ਵਾਪਸ ਭੇਜਣਾ ਸੀ, ਉਹਦੇ ਸ਼ੋਅ ਰੋਕਣੇ ਸੀ, ਕਿਉਂਕਿ ਜਿੰਦੇ ਸਿਰ ਤੇ ਦਸਤਾਰ ਹੈ ਨਾ, ਤਾਂ ਅੱਜ ਦਾ ਸਮਾਂ ਐਸਾ ਚੱਲ ਰਿਹਾ ਕਿ ਉਹਨੂੰ ਅੱਗੇ ਵਧਦੇ ਨਹੀਂ ਦੇਖ ਪਾਉਂਦੇ। ਬਾਕੀ ਦੇਖੋ ਜੀ, ਇਹੀ ਹੈ ਕਿ ਇਹਨਾਂ ਨੇ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ। ਪੰਜਾਬੀਆਂ ਦਾ ਦਿਲ ਇੰਨਾ ਖੁੱਲ੍ਹਾ ਹੈ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਇਸ ਤੋਂ ਵੱਡੇ ਸ਼ੋਅ ਉਹਦੇ ਲੱਗਣ ਜਾ ਰਹੇ ਆ ਬਹੁਤ ਛੇਤੀ। ਸਾਨੂੰ ਕਿਸੇ ਨੇ ਦੱਸਿਆ ਹੀ ਸੀਗਾ ਵੀ ਅੱਗੇ ਉਹਨੂੰ ਹੋਰ ਡਬਲ ਟ੍ਰਿਪਲ ਕੰਮ ਮਹਾਰਾਜ ਬਖਸ਼ਣਗੇ। ਅਕਸਰ ਸੁਣਦੇ ਵੀ ਹੈ ਕਿ ਪਰਮਾਤਮਾ ਅਗਰ ਇੱਕ ਰਾਹ ਬੰਦ ਕਰਦਾ ਤੇ ਚਾਰ ਨਾਲ ਖੋਲ ਵੀ ਦਿੰਦਾ। ਬਿਲਕੁਲ ਬਿਲਕੁਲ ਵਾਹਿਗੁਰੂ ਜੀ, ਆਪਾਂ ਨੂੰ ਨਾ ਲੋੜ ਹੈ। ਹੁਣ ਜਿਵੇਂ ਆਪਾਂ ਦੇਖੋ ਮਹਾਰਾਜ ਦੀ ਬਾਣੀ ਨਾਲ ਜੁੜੇ ਆ, ਬਾਣੇ ਨਾਲ ਜੁੜੇ ਆ, ਗੁਰੂ ਸਾਹਿਬ ਨਾਲ ਜੁੜੇ ਆ। ਜਦੋਂ ਆਪਾਂ ਕਹਿੰਦੇ ਆ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ, ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ, ਤੇ ਆਪਾਂ ਉਹਨਾਂ ਤੋਂ ਐਗਜ਼ਾਮਪਲ ਵੀ ਤਾਂ ਸਮਝਣਾ ਵੀ ਉਹ ਸਾਨੂੰ ਕਿੱਦਾਂ ਜ਼ਿੰਦਗੀ 'ਚ ਉਹਨਾਂ ਨੇ ਕਿੱਦਾਂ ਸਮਾਂ ਬਿਤਾਇਆ, ਕੀ ਸਮਝਾ ਕੇ ਗਏ। ਉਹਨਾਂ ਨੇ ਕਦੀ ਕਿਸੇ ਚੀਜ਼ ਦੇ ਵਿੱਚ ਡਿਫਰੈਂਸ ਨਹੀਂ ਕੀਤਾ। ਉਹਨਾਂ ਨੇ ਤਾਂ ਕਸ਼ਮੀਰੀ ਪੰਡਤਾਂ ਲਈ ਗੁਰੂ ਤੇਗ ਬਹਾਦਰ ਜੀ ਸਾਡੇ ਦਾਦਾ ਜੀ ਨੇ ਇੱਕ ਮਿੰਟ ਕਹਿੰਦੇ ਨਾ ਸੋਚਿਆ ਵੀ ਨਹੀਂ, ਸ਼ਹਾਦਤ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ। ਜੇ ਆਪਾਂ ਇਹ ਐਗਜ਼ਾਮਪਲ ਨੂੰ ਲੈ ਕੇ ਆਪਣੀ ਲਾਈਫ 'ਚ ਚੱਲਾਂਗੇ ਕਿ ਮਹਾਰਾਜ ਨੇ ਸਾਨੂੰ ਕੀ ਸਮਝਾਇਆ, ਤਾਂ ਆਪਾਂ ਕਦੀ ਕਿਸੇ 'ਚ ਫਰਕ ਨਹੀਂ ਸਮਝਾਂਗੇ, ਸਾਰਿਆਂ ਨੂੰ ਗੱਲ ਲਾਵਾਂਗੇ। ਹੁਣ ਤੁਸੀਂ ਮੰਨ ਲਓ ਕੁਝ ਜਿਹੜੇ ਭਰਾ ਨੇ ਨਸ਼ੇ ਦੇ ਵਾਲੇ ਪਾਸੇ ਲੱਗੇ ਹੋਏ ਆ, ਹੁਣ ਸਾਨੂੰ ਉਹ ਸਾਡੇ ਤੱਕ ਪਹੁੰਚ ਕਰਦੇ ਅਗਰ ਮੈਸੇਜ ਕਰਦੇ ਆ, ਤਾਂ ਆਪਾਂ ਨੂੰ ਇਹੀ ਕਹਿੰਦੇ ਆ ਕਿ ਤੁਹਾਨੂੰ ਦਵਾਈ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ, ਆਪਾਂ ਤੁਹਾਨੂੰ ਦੇ ਦਾਂਗੇ, ਤੁਸੀਂ ਟੈਨਸ਼ਨ ਨਹੀਂ ਲੈਣੀ। ਨਾ ਹੀ ਆਪਾਂ ਦੁਨੀਆ ਦੇ ਵਿੱਚ ਤੁਹਾਡਾ ਨਾਮ ਕਿਤੇ ਲੈ ਕੇ ਦੱਸਾਂਗੇ, ਤੁਹਾਨੂੰ ਕੋਈ ਬਦਨਾਮੀ ਵੀ ਨਹੀਂ ਮਿਲੂਗੀ। ਤੇ ਤੁਸੀਂ ਪਰ ਪਹਿਲਾਂ ਇੱਕ ਕੰਮ ਕਰਨਾ ਹੈ, ਤੁਸੀਂ ਵਾਹਿਗੁਰੂ ਸਿਮਰਨ ਅਭਿਆਸ ਕਰੋ। ਪਹਿਲਾਂ ਮਹਾਰਾਜ ਨੂੰ ਯਾਦ ਕਰਕੇ ਇਹ ਕੰਮ ਬਾਕੀ ਸਾਰੇ ਹੋ ਜਾਣਗੇ। ਤੁਸੀਂ ਇੱਕ ਵਾਰੀ ਉਸ ਨਾਮ ਨੂੰ ਆਪਣੇ ਅੰਦਰ ਉਤਾਰੋ। ਜਿਹੜੀ ਤੁਹਾਨੂੰ ਅੱਜ ਕੋਈ ਘਬਰਾਹਟ ਹੋ ਰਹੀ ਹੈ, ਸਰੀਰ ਨੂੰ ਤੰਗੀ ਹੋ ਰਹੀ ਹੈ, ਕੋਈ ਪਰੇਸ਼ਾਨੀ ਹੋ ਰਹੀ ਹੈ, ਸਰੀਰਕ ਤੌਰ ਤੇ ਤੁਸੀਂ ਬਿਮਾਰ ਹੋ ਅੱਜ, ਤਾਂ ਸਭ ਤੋਂ ਵੱਡੀ ਪਾਵਰ ਤੁਹਾਨੂੰ ਇਸ ਨਾਮ ਨੇ ਦੇਣੀ ਹੈ। ਬਾਕੀ ਕੰਮ ਸਾਰੇ ਹੋ ਜਾਣਗੇ। ਉਹ ਹੁਣ ਆਪਾਂ ਇਹ ਤਾਂ ਨਹੀਂ ਦੇਖਦੇ, ਪਹਿਲਾਂ ਇਹ ਤਾਂ ਨਹੀਂ ਪੁੱਛਦੇ, ਪਹਿਲਾਂ ਇਹ ਦੱਸ ਵੀਰ ਤੂੰ ਹਿੰਦੂ ਹੈ, ਮੁਸਲਮਾਨ ਹੈ ਕਿ ਸਿੱਖ ਹੈ। ਸਾਨੂੰ ਇਹ ਕਿ ਸਾਡਾ ਭਰਾ ਹੈ, ਇਹ ਬਚ ਜਾਵੇ ਇਸ ਰਾਤ ਤੋਂ, ਮੁੜ ਕੇ ਗੁਰਮੁਖ ਹੋ ਜਾਵੇ, ਗੁਰੂ ਵੱਲੋਂ ਦਾ ਮੁਖ ਹੋ ਜਾਵੇ, ਤੇ ਮਨਮੁਖ ਨਾ ਰਵੇ। ਬਸ ਸਾਡੀ ਭੈਣੇ ਇੱਕ ਸਵਾਲ ਅਖੀਰਲਾ ਤੁਹਾਡੇ ਤੋਂ ਹੈ ਕਿ ਅਕਸਰ ਦੇਖਿਆ ਜਾਂਦਾ ਕਿ ਜਿਹੜਾ ਮਾਹੌਲ ਹੈ ਅੱਜ ਕੱਲ੍ਹ ਦਾ, ਈਵ ਟੀਜ਼ਿੰਗ ਬਹੁਤ ਹੁੰਦੀ ਹੈ ਗਲੀ ਨੁਕੜਾਂ ਤੇ। ਅਕਸਰ ਦੇਖਿਆ ਜਾਂਦਾ ਕਿ ਕੁੜੀਆਂ ਦੇ ਨਾਲ ਬਦਸਲੂਕੀ ਹੁੰਦੀ ਹੈ ਜਾਂ ਗਲਤ ਕੰਮ ਹੁੰਦੇ ਨੇ ਜਾਂ ਉਹਨਾਂ ਨੂੰ ਛੇੜਿਆ ਜਾਂਦਾ ਲੰਘਦੇ ਵੜਦੇ। ਤੇ ਕਿਤੇ ਨਾ ਕਿਤੇ ਲੱਗਦਾ ਕਿ ਇਹ ਬਾਣਾ ਇਹੋ ਜਿਹਾ ਕਿ ਇਹਨੂੰ ਦੇਖਦੇ ਹੋਈ ਦੂਰੋਂ ਹੀ ਅੱਖਾਂ ਜਿਹੜੀਆਂ ਇਹੋ ਜਿਹੇ ਲੋਕਾਂ ਦੇ ਥੱਲੇ ਹੋ ਜਾਂਦੀਆਂ। सत वचन वाहिगुरु, तभी तो पिताजी ने अमृत छकाया है। अगर पिताजी ने ही भेदभाव करना होता तो सिंहों को ही करते, बीबियों को क्यों नहीं। पिताजी ने ये कहा दोनों इक्वल है, ठीक है वाहिगुरु जी। तभी पिताजी कह के गए कि अमृत छको, शस्त्रधारी हो जाओ, ठीक है वाहिगुरु जी। आज मैं कल ही कहीं जा रही हूँ, मैं पूरी अपना अपना पूरा तैयार बर तैयार हूँ, किसी की हिम्मत ही नहीं हो रही वाहिगुरु जी। ਉਹਨਾਂ ਨੂੰ ਪਤਾ ਗੁਰੂ ਸਾਹਿਬ ਦੀ लाडला पोता आ रहा है। हाँ ठीक है वाहिगुरु जी। अपनी रक्षा आपको खुद करनी पड़ेगी वाहिगुरु जी। वो एक तो आप खुद कर सकते हो और आपकी प्रभु आपके साथ होंगे, ठीक है वाहिगुरु जी। अब ये तो है नहीं कि आप मानो मैं जा रही हूँ और मैं कह रही हूँ हाय कोई आ जाए, कोई आ जाए, कोई आ जाए, उसका वेट ही क्यों करना। जब पिताजी बोल के गए शस्त्रधारी हो जाओ, अमृत छको, तैयार बर तैयार हो जाओ, क्योंकि समय बहुत आगे और ख़राब होना है वाहिगुरु जी। तो सब बहनों से मेरी रिक्वेस्ट है, हाथ जोड़ के अपना गुरु की तरफ आ जाओ वापस, वही आपकी मदद करेंगे और कोई भी आपकी मदद नहीं करेगा वाहिगुरु जी। अपनी रक्षा खुद करो वाहिगुरु जी, वाहिगुरु। ਵੀਰ ਜੀ ਸਭ ਤੋਂ ਪਹਿਲੇ ਮੈਂ ਜਾਂਦੇ ਜਾਂਦੇ ਇਹ ਵੀ ਕਹਿਣਾ ਚਾਹੂੰਗੀ ਕਿ ਜਿਹੜੀ ਅਗਰ ਜਿਵੇਂ ਤੁਹਾਡੀ ਜੋੜੀ ਦਾ ਇੱਕ ਨੂਰ ਦੇਖਣ ਨੂੰ ਮਿਲਦਾ ਹੈ ਕਿ ਅਗਰ ਕੋਈ ਇੱਕ ਕਪਲ ਲਗਾ ਲਓ ਜਾਂ ਇੱਕ ਇੰਡੀਵਿਜੂਅਲ ਕੋਈ ਪਰਸਨਲ, ਚਾਹੇ ਉਹ ਲੇਡੀ ਹੈ, ਕੋਈ ਜੈਂਟਸ ਹੈ, ਕੋਈ ਵੀ, ਅਗਰ ਜ਼ਿੰਦਗੀ 'ਚ ਇੱਕ ਬੰਦਾ ਵੀ ਸੁਧਰਦਾ ਹੈ, ਤੁਹਾਨੂੰ ਲੱਗਦਾ ਕਿ ਤੁਹਾਡਾ ਜੀਵਨ ਸਫਲਾ ਹੋ ਜਾਏਗਾ। ਬਿਲਕੁਲ ਵਾਹਿਗੁਰੂ ਜੀ, ਇਹ ਬੜੀ ਵੱਡੀ ਗੱਲ ਹੈ। ਅਗਰ ਕਿਸੇ ਇੱਕ ਇਨਸਾਨ ਨੂੰ ਵੀ ਸਾਡੇ ਤੋਂ ਵੈਸੇ ਸਿੱਖਣ ਲਈ, ਤਾਂ ਦੇਖੋ ਸਾਨੂੰ ਇੰਜ ਲੱਗਦਾ ਕੁਝ ਨਹੀਂ ਹੈਗਾ ਕਿਸੇ ਨੂੰ ਕੁਝ ਕਹਿਣ ਲਈ, ਕਿਉਂਕਿ ਇਹ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਲਰੇਡੀ ਸਮਝਾ ਕੇ ਗਏ ਹੈ। ਗੁਰੂ ਮਹਾਰਾਜ ਸਾਰਾ ਕੁਝ ਸਮਝਾ ਕੇ ਗਏ। ਆਪਾਂ ਬਸ ਉਹੀ ਗੱਲ ਦਾ ਅੱਗੇ ਪ੍ਰਚਾਰ ਕਰ ਸਕਦੇ ਕਿ ਮਹਾਰਾਜ ਦਾ ਕੀ ਹੁਕਮ ਹੈ। ਤੁਸੀਂ ਇਹ ਦੇਖੋ, ਹਾਂਜੀ ਬਿਲਕੁਲ ਅਸਰ ਤਾਂ ਪੈਂਦਾ ਹੀ ਹੈ। ਜੇ ਦੇਖੋ ਮਾੜੀਆਂ ਚੀਜ਼ਾਂ ਦਾ ਅਸਰ ਦੇਖ ਕੇ ਪੈਂਦਾ ਹੈ ਤਾਂ ਚੰਗੀ ਦਾ ਵੀ ਪੈਂਦਾ। ਗੱਲ ਹੈ ਕਿ ਇਹ ਐਸਾ ਸਮਾਂ ਕਲਯੁਗ ਦਾ ਕਹਿੰਦੇ ਇਹ ਚੱਲ ਰਿਹਾ, ਇਹਦੇ ਵਿੱਚ ਨਾ ਉਹਦਾ ਜ਼ੋਰ ਬਹੁਤ ਜ਼ਿਆਦਾ ਹੈ। ਤੇ ਤਾਂ ਹੀ ਕਈ ਵਾਰੀ ਆਪਾਂ ਦੇਖਦੇ ਹਾਂ, ਇਹ ਸਾਡੀ ਅੱਖੀ ਦੇਖੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਦੇ ਘਰੇ ਪਾਠ ਸੀਗਾ ਤੇ ਮਹਾਰਾਜ ਨੂੰ ਲੈ ਕੇ ਜਾਇਆ ਜਾ ਰਿਹਾ ਸੀ। ਆਪਾਂ ਨੂੰ ਤਾਂ ਇਹ ਹੁੰਦਾ ਵੀ ਮਹਾਰਾਜ ਨਾਲ ਤਾਂ ਬੜੀ ਸੰਗਤ ਹੋਣੀ ਚਾਹੀਦੀ ਹੈ, ਜਦ ਕਿ ਸੰਗਤ ਬਹੁਤ ਥੋੜੀ ਸੀ, ਨਾ ਬਰਾਬਰ ਸੀਗੀ। ਉਹੀ ਦੂਜੇ ਪਾਸੇ ਕੋਈ ਸਿੰਗਰ ਲੰਘ ਕੇ ਜਾ ਰਿਹਾ ਸੀ ਤੇ ਉਹਦੇ ਮਗਰ ਨੰਗੇ ਪੈਰੀ ਭੱਜੇ ਫਿਰਦੇ ਆ, ਚੱਪਲਾਂ ਰਹਿ ਗਈਆਂ, ਸ਼ੂ ਲੈ ਗਏ, ਫਿਰ ਵੀ ਭੱਜੀ ਜਾਂਦੇ ਆ। ਮਤਲਬ ਆਪਾਂ ਦੇਖਿਆ ਉੱਥੇ ਖੜੇ ਸੀਗੇ, ਸਾਡੀ ਅੱਖਾਂ 'ਚ ਸੀਨ ਮਹਾਰਾਜ ਨੇ ਪਤਾ ਨਹੀਂ ਕਿਉਂ ਦਿਖਾਇਆ ਵੀ ਦੇਖ ਲਓ ਅੱਜ ਦਾ ਸਮਾਂ ਐਸਾ ਆ ਚੁੱਕਿਆ ਵੀ ਗੁਰੂ ਸਾਹਿਬ ਦੀ ਨਾ ਜਿਹੜੀ ਕਦਰ ਹੈ ਲੋਕੀ ਹੌਲੀ ਹੌਲੀ ਘਟਾਉਂਦੇ ਗਏ। ਬਟ
ਹੁਣ ਅਗਰ ਆਪਾਂ ਗੱਲ ਕਰਦੇ ਹਾਂ ਕਿ ਹੁਣ ਜਦੋਂ ਆਪਾਂ ਇੰਸਟਾਗ੍ਰਾਮ ਤੇ ਸੰਗਤ ਨਾਲ ਜੁੜਦੇ ਆ ਤਾਂ ਸਾਡਾ ਆਉਣ ਦਾ ਮਕਸਦ ਹੀ ਇਹੀ ਹੈ ਕਿ ਹੋ ਸਕਦਾ ਹੈ ਕਿ ਚਲੋ ਜਿਵੇਂ ਤੁਸੀਂ ਗੱਲ ਕੀਤੀ, ਕੋਈ ਇੱਕ ਭੈਣ ਕੋਈ ਇੱਕ ਭਰਾ ਹੋ ਸਕਦਾ ਸਾਨੂੰ ਦੇਖ ਕੇ ਗੁਰੂ ਵਾਲਾ ਜੀਵਨ ਅਪਣਾ ਲੈਣ, ਤੇ ਸਾਨੂੰ ਇਹ ਸਹੀ ਗੱਲ ਹੈ, ਬੜੇ ਭਾਗਾ ਵਾਲੇ ਹੋਵਾਂਗੇ, ਸਾਡਾ ਜਿਹੜਾ ਜੀਵਨ ਹੈ ਉਹ ਕਹਿੰਦੇ ਨਾ ਸਫਲਾ ਹੋ ਜਾਏਗਾ। ਵਾਹਿਗੁਰੂ ਜਾਂਦੇ ਜਾਂਦੇ ਇਹੋ ਜਿਹੇ ਲੋਕਾਂ ਨੂੰ ਇੱਕ ਮੈਸੇਜ ਦੋਵਾਂ ਤੋਂ ਚਾਹੀਦਾ ਹੈ ਕਿ ਜਿਹੜੇ ਲੋਕ ਧਰਮਾਂ ਦੇ ਨਾਂ ਤੇ ਭੇਦਭਾਵ ਕਰਦੇ ਆ, ਤੂੰ ਹਿੰਦੂ ਮੈਂ ਸਿੱਖ, ਤੂੰ ਮੁਸਲਿਮ ਮੈਂ ਈਸਾਈ, ਇਹੋ ਜਿਹੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਹਾਂਜੀ, ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਰਾਜ ਸਾਨੂੰ ਬੜੇ ਪਿਆਰ ਨਾਲ ਸਮਝਾ ਕੇ ਗਏ। ਦੇਖੋ ਉਹਨਾਂ ਨੇ ਉਪਦੇਸ਼ ਚਾਰੋਂ ਵਰਨਾਂ ਲਈ ਦਿੱਤਾ ਸੀ, ਨਾ ਕਿ ਇਹ ਆਪਾਂ ਕਹਿ ਸਕਦੇ ਆ ਵੀ ਸਿਰਫ ਉਹ ਸਾਰਿਆਂ ਦੇ ਸੀਗੇ। ਠੀਕ ਹੈ, ਜੇ ਸਾਡੇ ਗੁਰੂ ਸਾਹਿਬ ਸਾਡੇ ਪਿਤਾ ਜੀ ਨੇ ਹੀ ਕਦੀ ਫਰਕ ਨਹੀਂ ਕੀਤਾ। ਦੇਖੋ ਜਿਹੜਾ ਸਾਹਮਣੇ ਉਹ ਸਾਨੂੰ ਇਹ ਕਹਿ ਕੇ ਕੋਈ ਖਿਜਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਸਾਨੂੰ ਕੋਈ ਦੂਜੇ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ, ਪਰ ਆਪਾਂ ਆਪਣੀ ਮੱਤ ਵਰਤਣੀ ਉੱਥੇ। ਆਪਾਂ ਗੁੱਸੇ 'ਚ ਆ ਕੇ ਹੋ ਸਕਦਾ ਉਹਨੂੰ ਦੋ ਵੱਧ ਕਹਿ ਦਈਏ, ਪਰ ਇਹਦੇ ਨਾਲ ਕੋਈ ਹੱਲ ਨਹੀਂ ਹੋ ਜਾਣਾ। ਆਪਾਂ ਉਲਟਾ ਕੋਸ਼ਿਸ਼ ਕਰੀਏ ਕਿ ਉਹਨੂੰ ਸਮਝਾਈਏ, ਨਹੀਂ ਸਮਝਦਾ ਤਾਂ ਉਹਨੂੰ ਛੱਡ ਦਈਏ, ਮਹਾਰਾਜ ਉਹਨੂੰ ਆਪੇ ਸਮੱਤ ਬਖਸ਼ਣਗੇ। ਆਪਾਂ ਕਦੀ ਆਪਣੇ ਦਿਲ ਦੇ ਵਿੱਚ ਕਿਸੇ ਲਈ ਵੈਰ ਵਿਰੋਧ ਨਹੀਂ ਲੈ ਕੇ ਆਣਾ। ਆਪਾਂ ਸਾਰੇ ਧਰਮਾਂ ਦਾ, ਸਾਰੇ ਜਿਹੜੇ ਉਹਨਾਂ ਦੇ ਮੰਨ ਲਓ ਕੋਈ ਵੀ ਕਰਮ ਕਾਂਡ ਨੇ, ਆਪਾਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ। ਠੀਕ ਹੈ, ਉਹਨਾਂ ਦਾ ਆਪਣਾ ਹੈਗਾ, ਆਪਾਂ ਆਪਣੇ ਮਹਾਰਾਜ ਦਾ ਪ੍ਰਚਾਰ ਕਰਨਾ ਹੈ, ਆਪਾਂ ਆਪਣੇ ਗੁਰੂ ਦੀ ਗੱਲ ਅੱਗੇ ਰੱਖਣੀ ਹੈ, ਫਿਰ ਹੀ ਸਾਡੀ ਜਿੱਤ ਹੋਊਗੀ। ਵਾਹਿਗੁਰੂ जैसे वाहिगुरु जी कोई किसी का भक्त है, पहले तो सबसे पहले यही चीज़ सोचनी चाहिए कि हम जिसको पूज रहे हैं आप उसकी तरह हो। अब मानो कोई महादेव का भक्त है, ठीक है, और वो ऐसी चीज़ कर रहा हो तो उसको एक बार ये चीज़ जरूर सोचनी चाहिए कि मैं भक्त किसका हूँ, महादेव का। तो महादेव ने तो कभी नहीं कहा, कृष्ण जी ने कभी नहीं कहा, किसी ने भी नहीं कहा। आपको अपने गुरु की तरह बनना है, ना कि आप लगा लो शैतानों की तरह बनना है। ठीक है वाहिगुरु जी, तो आपको अपने ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਮਾਇਆ ਹੈ ਇਹ ਬਹੁਤ ਅਟਰੈਕਟ ਕਰਦੀ ਹੈ ਆਪਣੇ ਨਾਲ, ਮਾਇਆ ਮਮਤਾ ਮੋਹਣੀ। वाहिगुरु जी गुरु साहिब जी ये समझाते हैं कि माया जो उस अकाल पुरख जी से, हाँ, उस अकाल पुरख जी से जो तोड़ती है ना, वो हर एक चीज़ माया। वो कोई भी हो सकता है, वो आपकी माँ भी हो सकती है, सबसे बड़ी चीज़ वो तो सबसे पहले आप खुद ही होते हो। ठीक है वाहिगुरु जी, जो उस प्रभु से आपको तोड़ देना वो माया ही है, और उससे बचने का तरीका पिताजी ने यही समझाया है कि उसकी बंदगी कर लो, वध तो वध बाणी पढ़ो। ਅਸਲ 'ਚ ਵਾਹਿਗੁਰੂ ਜੀ ਆਪਾਂ ਜਿਵੇਂ ਸ਼ਿਕਾਇਤ ਕਰ ਦਿੰਨੇ ਆ ਵੀ ਆਪਾਂ ਇਹਦੇ 'ਚ ਹੀ ਧੱਸਦੇ ਜਾ ਰਹੇ ਆ, ਦਲਦਲ ਦੇ ਵਿੱਚ ਜਾਂ ਇਹ ਗੱਲਾਂ ਦੇ ਵਿੱਚ ਧੱਸਦੇ ਜਾ ਰਹੇ ਆ। ਇਹਦਾ ਰੀਜ਼ਨ ਪਤਾ ਕੀ ਹੈ? ਬੜੇ ਜਨਮ ਆਏ, ਠੀਕ ਹੈ, ਇੱਥੇ ਆਪਾਂ ਤੇ ਭਗਤੀ ਆਪਾਂ ਨਹੀਂ ਕੀਤੀ, ਆਪਾਂ ਇਹਨਾਂ ਚੀਜ਼ਾਂ 'ਚ ਹੀ ਰਹਿ ਗਏ। ਹੁਣ ਸਾਡੇ ਅੰਦਰੋਂ ਖਾਲੀ ਹੋ ਚੁੱਕਿਆ। ਜਦੋਂ ਆਪਾਂ ਭਗਤੀ ਕਰਦੇ ਆ, ਮੈਂ ਕਹਿੰਦਾ ਕਿ ਇਹ ਸਾਡਾ ਐਕਸਪੀਰੀਅੰਸ ਹੈ, ਕੂਕਰਾਂ ਦਾ ਐਕਸਪੀਰੀਅੰਸ ਹੈ। ਮਹਾਰਾਜ ਨੇ ਕਿਰਪਾ ਕੀਤੀ, ਹਮ ਕੂਕਰ ਤੇਰੇ ਦਰਬਾਰ। ਮਹਾਰਾਜ ਨੇ ਕੀ ਕੀਤਾ? ਸਾਡਾ ਵਿਸ਼ਵਾਸ ਬਣਾਉਣ ਲਈ, ਕਿਉਂਕਿ ਹੋ ਸਕਦਾ ਸਾਡੇ ਅੰਦਰ ਵੀ ਆਪਾਂ ਵੀ ਡੋਲਦੇ ਹੋਈਏ ਉਦੋਂ ਵੀ ਪਤਾ ਨਹੀਂ ਇਹਦੇ ਨਾਲ ਕੀ ਹੋਏਗਾ ਕੀ ਨਹੀਂ ਹੋਏਗਾ। ਜਦੋਂ ਉਹਦਾ ਨਾਮ ਸਿਮਰਨ ਕਰਦੇ ਗਏ, ਬੰਦਗੀ ਕਰੋ, ਅੱਖਾਂ ਬੰਦ ਕਰੋ, ਵਾਹਿਗੁਰੂ ਸਿਮਰਨ ਕਰੋ, ਜਦੋਂ ਖਜ਼ਾਨੇ ਦੇ ਅੰਦਰ ਮੈਂ ਕਹਿੰਦਾ ਥੋੜਾ ਥੋੜਾ ਆਏਗਾ, ਉਦਾਂ ਹੀ ਮਹਾਰਾਜ ਤੁਹਾਡੀ ਜ਼ਿੰਦਗੀ ਨੂੰ ਬਦਲਦੇ ਜਾਣਗੇ, ਤੁਹਾਨੂੰ ਦਿਖਾ ਦੇਣਗੇ ਇੱਥੇ ਜੋ ਮਰਜ਼ੀ ਹੋਈ ਜਾਵੇ, ਪਰ ਇਹ ਸਭ ਤੁਹਾਡੇ ਲਈ ਨਹੀਂ ਹੈ, ਇਹ ਦੁਨਿਆਵੀ ਤੌਰ ਤੇ ਹੈ। ਜਿਹੜਾ ਉਹਦੇ ਬੱਚੇ ਬਣ ਜਾਂਦੇ ਨੇ, ਉਹਨਾਂ ਦਾ ਜੀਵਨ ਇੱਥੇ ਰਹਿੰਦੇ ਹੋਏ ਵੀ ਅਲੱਗ ਹੋ ਜਾਂਦਾ। ਵਾਹਿਗੁਰੂ ਜੀ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਵਾਹਿਗੁਰੂ ਦੇ ਜਿਹੜੇ ਪਾਈ ਪੂਰਨਿਆਂ ਤੇ ਚੱਲਣ ਦੇ ਕਾਰਨ ਉਹਨਾਂ ਦੇ ਮੈਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ੇਸ ਦਿੰਦੀ ਹਾਂ। ਪਰਮਾਤਮਾ ਕਰੇ ਤੁਹਾਡਾ ਇਦਾਂ ਹੀ ਜੀਵਨ ਅੱਗੇ ਇਦਾਂ ਹੀ ਚੱਲਦਾ ਰਹੇ। ਧੰਨਵਾਦ ਵਾਹਿਗੁਰੂ ਜੀ, ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਿਬੋ, ਇਹਨਾਂ ਦੀ ਇੱਕ ਬਹੁਤ ਵੱਡੀ ਮਿਸਾਲ ਅਸੀਂ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਕਿ ਹਿੰਦੂ ਸਿੱਖ ਕੁਝ ਵੀ ਨਹੀਂ ਹੁੰਦਾ, ਬਸ ਮੇਨ ਗੱਲ ਤਾਂ ਵਿਚਾਰਾਂ ਦੀ ਹੈ। ਅਸੀਂ ਗੁਰੂ ਦੇ ਪਾਏ ਪੂਰਨਿਆਂ ਤੇ ਚੱਲਣਾ ਹੈ, ਔਰ ਅਗਰ ਜੀਵਨ ਸਾਥੀ ਨਾਲ ਉਹਦੇ ਵਿੱਚ ਕੰਟਰੀਬਿਊਟ ਕਰੇ ਤੇ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਹੈ। ਸੋ ਤੁਹਾਨੂੰ ਇਹ ਵਿਚਾਰ ਕਿੱਦਾਂ ਦੇ ਲੱਗੇ ਕਮੈਂਟ ਸੈਕਸ਼ਨਾਂ 'ਚ ਆਪਣੀ ਰਾਏ ਜ਼ਰੂਰ ਦੇਣਾ। ਨਵੇਂ ਅਪਡੇਟ ਨਾਲ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਬਨੇ ਰਹੋ। ਕੈਮਰਾਮੈਨ ਪ੍ਰਿੰਸ ਦੇ ਨਾਲ ਜਸਪ੍ਰੀਤ, ਸਿਟੀ ਹੋਮ ਨਿਊਜ਼।